ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖਤ ਦੀਆਂ ਖਬਰਾਂ ਦੇ ਸਾਡੇ ਇਸ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਜੀ ਸ਼ਬਦੀਪ ਜੀ ਚੰਡੀਗੜ੍ਹ ਤੋਂ ਤੇ ਅਜੀਤ ਜੀ ਕੈਲਗਰੀ ਤੋਂ। ਸਵਾਗਤ ਹੈ ਜੀ ਤੁਹਾਡਾ ਸ਼ੋਅ ਦੇ ਵਿੱਚ। ਧੰਨਵਾਦ। ਤੇ ਨਾਲ ਹੀ ਮੇਰੇ ਨਾਲ ਅੱਜ ਖਾਸ ਤੌਰ ਤੇ ਜੁੜੇ ਨੇ ਜੀ ਮਾਨ ਸਿੰਘ ਜੀ ਜੋ ਕਿ ਬੀਜੇਪੀ ਦੇ ਸਪੋਰਟਰ ਨੇ ਤੇ ਕੈਲਗਰੀ ਤੋਂ ਸਾਡੇ ਨਾਲ ਜੁੜੇ ਨੇ ਜੀ। ਮਾਨ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਜੀ। ਦਿਲਰਾਜ ਜੀ ਜਲੰਧਰ ਤੋਂ ਫੋਨ ਲਾਈਨ ਤੇ ਮੇਰੇ ਨਾਲ ਜੁੜ ਚੁੱਕੇ ਨੇ। ਦਿਲਰਾਜ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ। ਜੀ ਅੱਜ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ, ਹਮੇਸ਼ਾ ਦੀ ਤਰ੍ਹਾਂ ਅਸੀਂ ਜ਼ਿਆਦਾਤਰ ਗੱਲ ਜਿਹੜੀ ਹੈਗੀ ਆ ਭਾਰਤ ਦੇ ਮੁੱਦਿਆਂ ਦੀ ਜਾਂ ਪੰਜਾਬ ਦੇ ਮੁੱਦਿਆਂ ਦੀ ਕਰਦੇ ਹਾਂ। ਅੱਜ ਜਿਹੜਾ ਅਸੀਂ ਮੁੱਦਾ ਡਿਸਕਸ ਕਰਨ ਜਾ ਰਹੇ ਹਾਂ ਉਹ ਭਾਰਤ ਤੋਂ ਆਉਂਦਾ ਪਰ ਰਿਲੇਟਡ ਹੈ ਜੰਮੂ ਕਸ਼ਮੀਰ ਦੇ ਨਾਲ, ਕਿਉਂਕਿ ਜਦੋਂ ਵੀ ਗੱਲ ਜੰਮੂ ਕਸ਼ਮੀਰ ਦੀ ਆਉਂਦੀ ਹੈ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਆ ਜਾਂਦੀ ਆ, ਆਰਮੀ ਦੀ ਗੱਲ ਆ ਜਾਂਦੀ ਆ, ਪਾਕਿਸਤਾਨ ਦੀ ਗੱਲ ਕਿਤੋਂ ਨਾ ਕਿਤੋਂ ਆ ਕੇ ਆਪਣੇ ਆਪ ਨਾਲ ਜੁੜ ਜਾਂਦੀ ਹੈ ਜਦੋਂ ਵੀ ਆਪਾਂ ਜੰਮੂ ਕਸ਼ਮੀਰ ਦੀ ਗੱਲ ਕਰਦੇ ਹਾਂ। ਅੱਜ ਜਿਹੜੀ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਜੀ ਨਵਾਜ਼ ਸ਼ਰੀਫ ਵੱਲੋਂ 71ਵੀਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਜਿਹੜੀ ਉਹਨਾਂ ਦੀ ਸਪੀਚ ਹੈ ਉਹਦੇ ਤੋਂ ਸ਼ੁਰੂ ਕਰਾਂਗੇ, ਜਿਹਦੇ ਵਿੱਚ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਬਿਨਾਂ ਵਜ੍ਹਾ ਜੰਮੂ ਕਸ਼ਮੀਰ ਵਿੱਚ ਹੋ ਰਹੀਆਂ ਟੈਰਰਿਸਟ ਐਕਟੀਵਿਟੀਜ਼ ਤੇ ਜੰਮੂ ਕਸ਼ਮੀਰ ਵਿੱਚ ਹੋ ਰਹੇ ਜਿਹੜੇ ਕਤਲ ਹੈਗੇ ਨੇ ਜਾਂ ਜਿਹੜੇ ਉੱਥੇ ਹਾਲਾਤ ਬਣੇ ਹੋਏ ਨੇ ਉਹਨਾਂ ਦਾ ਜਿਹੜਾ ਇਲਜ਼ਾਮ ਆ ਪਾਕਿਸਤਾਨ ਦੇ ਉੱਪਰ ਆਪਣੀ ਆਦਤ ਦੇ ਮੁਤਾਬਕ ਲਾਉਂਦਾ, ਉਹਦੇ ਕੋਲ ਕੋਈ ਪ੍ਰੂਫ ਨਹੀਂ ਹੈ। ਉੱਥੇ ਹੀ ਪਿੱਛੇ ਜਿਹੇ ਹਿਜ਼ਬੁਲ ਮੁਜਾਹਿਦੀਨ ਦੇ ਬੁਰਹਨ ਵਾਨੀ ਜੋ ਕਿ ਕਮਾਂਡਰ ਸੀ, ਉਹਦੀ ਡੈਥ ਤੋਂ ਬਾਅਦ ਜੋ ਹਾਲਾਤ ਬਣੇ ਹੋਏ ਸੀ ਉਹਨਾਂ ਤੇ ਬੋਲਦਿਆਂ ਹੋਇਆ ਨਵਾਜ਼ ਸ਼ਰੀਫ ਉਹਨਾਂ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਕੋਸ਼ਿਸ਼ ਕੀਤੀ ਕਿ ਬੁਰਹਨ ਵਾਨੀ ਨੂੰ ਇੱਕ ਹੀਰੋ ਦੇ ਤੌਰ ਦੇ ਉੱਪਰ ਪ੍ਰੋਜੈਕਟ ਕੀਤਾ ਜਾਵੇ, ਉਹਨੂੰ ਸ਼ਹੀਦ ਐਲਾਨਣ ਦੀ ਜਿਹੜੀ ਉੱਥੇ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦਾ ਕਾਫੀ ਕੁਛ ਉਹਨਾਂ ਵੱਲੋਂ ਕਿਹਾ ਗਿਆ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਅਸੀਂ ਤੇ ਭਾਰਤ ਨਾਲ ਗੱਲ ਕਰਨ ਲਈ ਤਿਆਰ ਹਾਂ, ਅਸੀਂ ਤੇ ਅੱਗੇ ਕਦਮ ਵਧਾਉਂਦੇ ਹਾਂ, ਭਾਰਤ ਹੀ ਅੱਗੇ ਕਦਮ ਨਹੀਂ ਵਧਾਉਂਦਾ। ਹਾਲਾਂਕਿ ਸੱਚਾਈ ਕਿਤੇ ਤੋਂ ਵੱਖਰੀ ਕਿਸਮ ਦੀ ਆ, ਕਿਉਂਕਿ ਭਾਰਤ ਜਦੋਂ ਵੀ ਗੱਲ ਕਰਦਾ ਭਾਰਤ ਕਹਿੰਦਾ ਕਿ ਅਸੀਂ ਟੈਰਰਿਜ਼ਮ ਦੇ ਉੱਪਰ ਗੱਲ ਕਰਨੀ ਆ, ਔਰ ਪਾਕਿਸਤਾਨ ਵੱਲੋਂ ਇਹ ਜਵਾਬ ਆਉਂਦਾ ਕਿ ਉਹ ਜੰਮੂ ਕਸ਼ਮੀਰ ਦੇ ਉੱਪਰ ਗੱਲ ਕਰਨੀ ਚਾਹੁੰਦੇ ਆ। ਭਾਰਤ ਜੰਮੂ ਕਸ਼ਮੀਰ ਤੋਂ ਵੱਖਰੀ ਕਰਕੇ ਟੈਰਰਿਜ਼ਮ ਦੀ ਗੱਲ ਕਰਨੀ ਚਾਹੁੰਦਾ। ਇਸ ਤਰੀਕੇ ਦੇ ਚਾਹੇ ਇਹ ਸਿਆਸੀ ਮੁੱਦੇ ਹੋਣ, ਚਾਹੇ ਦੋ ਦੇਸ਼ਾਂ ਦੇ ਆਪਸੀ ਕਿਸੇ ਖਹਿਬਾਜ਼ੀ ਦੇ ਮੁੱਦੇ ਹੋਣ, ਪਰ ਇਹਨਾਂ ਮੁੱਦਿਆਂ ਦੇ ਉੱਪਰ ਬਹਿਸ ਕਾਫੀ ਛਿੜੀ ਹੋਈ ਹੈ ਜੀ। ਗੱਲਬਾਤ ਮੈਂ ਸ਼ੁਰੂ ਕਰੂੰਗਾ ਜੀ ਸ਼ਬਦੀਪ ਜੀ ਤੋਂ। ਸ਼ਬਦੀਪ ਜੀ, ਨਵਾਜ਼ ਸ਼ਰੀਫ ਜੀ ਦੀ ਜਿਹੜੀ ਸਪੀਚ ਹੋਈ ਹੈ 71ਵੀਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ? ਕੁਲਵੀਰ ਜੀ, ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਟੂ ਨੇਸ਼ਨ ਥਿਊਰੀ ਦੇ ਆਧਾਰ ਦੇ ਉੱਤੇ ਜਦੋਂ ਭਾਰਤ ਤੇ ਪਾਕਿਸਤਾਨ ਦੋ ਆਜ਼ਾਦ ਮੁਲਕ ਬਣਾਏ ਗਏ, ਉਦੋਂ ਤੋਂ ਹੀ ਇਹਨਾਂ ਦੇ ਵਿੱਚ ਇੱਕ ਰਵਾਇਤੀ ਦੁਸ਼ਮਣੀ ਬਣ ਗਈ ਹੈ। ਇਸ ਰਵਾਇਤੀ ਦੁਸ਼ਮਣੀ ਦਾ ਕੇਂਦਰ ਬਿੰਦੂ ਹਮੇਸ਼ਾ ਤੋਂ ਕਸ਼ਮੀਰ ਰਿਹਾ ਹੈ। ਕਸ਼ਮੀਰ ਦਾ ਇੱਕ ਹਿੱਸਾ 1947 ਤੋਂ ਥੋੜੀ ਦੇਰ ਬਾਅਦ ਹੀ ਪਾਕਿਸਤਾਨ ਦੇ ਕਬਜ਼ੇ ਵਿੱਚ ਚਲਾ ਗਿਆ, ਜਿਹਨੂੰ ਉਹ ਆਜ਼ਾਦ ਕਸ਼ਮੀਰ ਦਾ ਨਾਂ ਦਿੰਦੇ ਆ। ਦੂਜਾ ਹਿੱਸਾ ਧਾਰਾ 370 ਦੇ ਤਹਿਤ ਭਾਰਤ ਦੇ ਅਧੀਨ ਚਲਾ ਗਿਆ, ਜਿਹਦੇ ਵਿੱਚ ਇੱਕ ਬਹੁਤ ਵੱਡੀ ਸ਼ਰਤ ਇਹ ਸੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਰਾਏਸ਼ੁਮਾਰੀ ਕਰਵਾਉਣ ਦਾ ਮੌਕਾ ਦਿੱਤਾ ਜਾਏਗਾ ਤਾਂ ਕਿ ਉਹ ਇਹ ਤੈਅ ਕਰ ਸਕਣ ਕਿ ਉਹ ਆਪਣਾ ਸਟੇਟਸ ਕੀ ਰੱਖਣਾ ਚਾਹੁੰਦੇ ਨੇ, ਕਿ ਉਹ ਭਾਰਤ ਦੇ ਨਾਲ ਰਹਿਣਾ ਪਸੰਦ ਕਰਨਗੇ, ਜਿਹਦੇ ਵਿੱਚ ਉਹਨਾਂ ਨੇ ਧਾਰਾ 370 ਦੇ ਤਹਿਤ ਸ਼ਿਰਕਤ ਕਰ ਲਈ ਹੈ, ਕਿ ਉਹ ਪਾਕਿਸਤਾਨ ਨਾਲ ਚਲੇ ਜਾਣਗੇ ਜਾਂ ਫਿਰ ਦੋਨਾਂ ਕਸ਼ਮੀਰਾਂ ਨੂੰ ਇੱਕ ਕਰਕੇ ਆਜ਼ਾਦ ਸਟੇਟ ਉਸੇ ਤਰ੍ਹਾਂ ਬਣ ਜਾਣਗੇ ਜਿਵੇਂ ਬ੍ਰਿਟਿਸ਼ ਰੂਲ ਵੇਲੇ ਇੱਕ ਉਹ ਆਜ਼ਾਦ ਜੰਮੂ ਕਸ਼ਮੀਰ ਰਿਆਸਤ ਦੇ ਤੌਰ ਤੇ ਰਹਿੰਦੇ ਸਨ। ਕਿਉਂਕਿ ਕਬਜ਼ਾ ਇੱਕ ਹਿੱਸੇ ਦੇ ਉੱਤੇ ਪਾਕਿਸਤਾਨ ਨੇ ਕੀਤਾ ਹੋਇਆ ਸੀ, ਇਸ ਕਰਕੇ ਰਾਏਸ਼ੁਮਾਰੀ ਉਦੋਂ ਤੱਕ ਸੰਭਵ ਨਹੀਂ ਸੀ ਜਦੋਂ ਤੱਕ ਪਾਕਿਸਤਾਨ ਕਬਜ਼ਾ ਨਹੀਂ ਸੀ ਛੱਡ ਦਿੰਦਾ। ਪਰ ਮਜ਼ੇਦਾਰ ਗੱਲ ਇਹ ਆ ਕਿ ਭਾਰਤ ਨੇ ਕਦੇ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਧਰਲੇ ਏਰੀਏ ਨੂੰ ਆਜ਼ਾਦ ਕਰਵਾ ਕੇ ਪਾਕਿਸਤਾਨ ਤੋਂ UN ਦੇ ਰਾਹੀਂ ਦੋਨਾਂ ਕਸ਼ਮੀਰਾਂ ਨੂੰ ਇੱਕ ਕਰਕੇ ਉਹਦੇ ਵਿੱਚ ਰਾਏਸ਼ੁਮਾਰੀ ਕਰਵਾਈ ਜਾਵੇ। ਲਗਾਤਾਰ ਇਸ ਗੱਲ ਦਾ ਪ੍ਰਚਾਰ ਕੀਤਾ ਗਿਆ, ਖਾਸ ਕਰਕੇ RSS ਦੇ ਨਜ਼ਰੀਏ ਤੋਂ ਵੇਖਣ ਵਾਲੇ ਲੋਕਾਂ ਵੱਲੋਂ, ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ,
ਤੇ ਪਾਕਿਸਤਾਨ ਨੇ ਹੀ ਇਹਦੇ ਉੱਤੇ ਕਬਜ਼ਾ ਕੀਤਾ ਹੋਇਆ। ਮੈਂ ਇਹ ਨਹੀਂ ਕਹਾਂਗਾ ਕਿ ਪਾਕਿਸਤਾਨ ਨੇ ਕਬਜ਼ਾ ਨਹੀਂ ਕੀਤਾ ਹੋਇਆ, ਬਲਕਿ ਮੈਂ ਇਹ ਵੀ ਕਹਾਂਗਾ ਕਿ ਨਵਾਜ਼ ਸ਼ਰੀਫ ਜਦੋਂ ਸਪੀਚ ਕਰ ਰਹੇ ਨੇ ਉਹ ਇਸ ਗੱਲ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਕਬਜ਼ਾ ਨਹੀਂ ਕੀਤਾ ਹੋਇਆ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਾਰਤ ਇਸ ਗੱਲ ਤੋਂ ਇਨਕਾਰ ਕਰਦਾ ਕਿ ਜੰਮੂ ਕਸ਼ਮੀਰ ਦੀ ਧਾਰਾ 370 ਨੂੰ ਖੋਰਦੇ ਐਸੀ ਹਾਲਾਤ ਤੱਕ ਹਾਲਾਤ ਪਹੁੰਚਾ ਦਿੱਤੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਨੌਜਵਾਨ ਪੀੜ੍ਹੀ ਖਾਸ ਕਰਕੇ ਇੱਕ ਬਗਾਵਤ ਦੇ ਰੌਂ ਦੇ ਵਿੱਚ ਆ ਗਈ ਆ ਤੇ ਇਸ ਬਗਾਵਤ ਦੇ ਵਜ੍ਹਾ ਜਿਹੜੀ ਆ ਉਹਨੂੰ ਪਛਾਣੇ ਜਾਣ ਦੀ ਜ਼ਰੂਰਤ ਹੈ। ਮੈਂ ਇਹ ਜ਼ਰੂਰ ਜੋੜ ਦੇਣਾ ਚਾਹਾਂਗਾ ਕਿ ਭਾਰਤ ਵੱਲੋਂ ਵੀ ਭਾਰਤੀ ਸੈਨਾ ਦੇ ਵੱਲੋਂ ਭਾਰਤੀ ਪੁਲਿਸ ਦੇ ਵੱਲੋਂ ਜਿਹੜੀ ਉੱਥੇ ਤਾਇਨਾਤ ਕੀਤੀ ਗਈ ਆ, ਸੱਚਮੁੱਚ ਜੰਮੂ ਕਸ਼ਮੀਰ ਦੇ ਲੋਕਾਂ ਦੇ ਨਾਲ ਹਿਊਮਨ ਰਾਈਟਸ ਦੇ ਆਧਾਰ ਦੇ ਉੱਤੇ ਧੱਕਾ ਕੀਤਾ ਜਾਂਦਾ ਔਰ ਉਹਨਾਂ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਜਾਂਦੀ ਹੈ। ਜੇ ਪਿਛਲੇ ਥੋੜੇ ਸਾਲਾਂ ਦਾ ਅਰਸਾ ਹੀ ਲੈ ਲਈਏ 2010 ਤੋਂ ਬਾਅਦ ਦਾ, ਤਾਂ ਮੇਰੇ ਮੁਤਾਬਕ ਜੋ ਸੂਚਨਾਵਾਂ ਮਿਲੀਆਂ ਨੇ 400 ਦੇ ਕਰੀਬ ਨੌਜਵਾਨਾਂ ਵਿੱਚੋਂ ਕਿਸੇ ਦੀ ਇੱਕ ਅੱਖ ਕਿਸੇ ਦੀਆਂ ਦੋਵੇਂ ਅੱਖਾਂ ਪ੍ਰਭਾਵਿਤ ਹੋ ਗਈਆਂ ਪਾਇਲਟ ਗਨ ਦੇ ਨਾਲ ਔਰ ਉਹ ਗਨ ਚਲਾਉਣ ਤੋਂ ਹਾਲੇ ਤੱਕ ਵੀ ਭਾਰਤ ਸਰਕਾਰ ਨੇ ਇਨਕਾਰ ਨਹੀਂ ਕੀਤਾ। ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਲੋਕ ਗੁੱਸੇ 'ਚ ਆ ਕੇ ਮੈਦਾਨ 'ਚ ਆਉਂਦੇ ਨੇ ਉਹਨਾਂ ਦੇ ਖਿਲਾਫ ਜਦੋਂ ਭਾਰਤ ਸਰਕਾਰ ਆਪਣਾ ਰੁਖ ਅਖਤਿਆਰ ਕਰਦਾ ਤਾਂ ਉਦੋਂ ਇਹ ਗੱਲ ਮਿਟ ਜਾਂਦੀ ਆ ਵਿਚਾਲੇ ਦੀ ਲਕੀਰ ਕਿ ਉਹ ਟੈਰਰਿਸਟਾਂ ਦੇ ਖਿਲਾਫ ਮੁਹਿੰਮ ਚਲਾ ਰਿਹਾ ਕਿ ਜਿਹੜੇ ਲੋਕ ਜਨਤਕ ਤੌਰ ਤੇ ਉਹਨਾਂ ਦੇ ਖਿਲਾਫ ਭਾਰਤ ਦੇ ਖਿਲਾਫ ਆ ਰਹੇ ਨੇ ਟੈਰਰਿਸਟਾਂ ਦੀ ਪਾਲਿਸੀ ਦੇ ਹੱਕ 'ਚ ਉਹਨਾਂ ਦੇ ਖਿਲਾਫ ਮੁਹਿੰਮ ਚਲਾ ਰਿਹਾ। ਮੇਰੀ ਮਾਨਤਾ ਇਹ ਹੈ ਕਿ ਜਿਹੜੇ ਲੋਕ ਟੈਰਰਿਸਟ ਨੇ ਉਹਨਾਂ ਨਾਲ ਕੀ ਬਿਹੇਵ ਕਰਨਾ ਇਹ ਇੱਕ ਚੀਜ਼ ਹੈ, ਪਾਕਿਸਤਾਨ ਜਿਹੜੀਆਂ ਸਾਜ਼ਿਸ਼ਾਂ ਕਰਦਾ ਉਹਨਾਂ ਨਾਲ ਕੀ ਬਿਹੇਵ ਕਰਨਾ ਇਹ ਇੱਕ ਨੁਕਤਾ ਹੈ, ਪਰ ਜਿਹੜੇ ਲੋਕ ਗੁੰਮਰਾਹ ਹੋ ਕੇ ਜਾਂ ਭਾਰਤ ਦੀਆਂ ਸੱਚੀਆਂ ਜ਼ਿਆਦਤੀਆਂ ਦੇ ਖਿਲਾਫ ਆਪਣੀ ਆਵਾਜ਼ ਉਠਾਉਂਦੇ ਨੇ ਉਹਨਾਂ ਨਾਲ ਕੀ ਬਿਹੇਵ ਕਰਨਾ ਇਹ ਗੱਲ ਭਾਰਤ ਨੂੰ ਜ਼ਰੂਰ ਤੈਅ ਕਰਨੀ ਪਵੇਗੀ। ਨਵਾਜ਼ ਸ਼ਰੀਫ ਦੇ ਭਾਸ਼ਣ 'ਚ ਇਮਾਨਦਾਰੀ ਕੋਈ ਨਹੀਂ ਆ ਕਿਉਂਕਿ ਉਹ ਆਪਣਾ ਕਬਜ਼ਾ ਬਹਾਲ ਰੱਖਣ ਦੇ ਨਾਂ ਤੇ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਨਾਲ ਰੱਖਣ ਦੇ ਨਾਂ ਤੇ ਕਸ਼ਮੀਰ ਨੂੰ ਇੱਕ ਇਮੋਸ਼ਨਲ ਇਸ਼ੂ ਦੇ ਤੌਰ ਤੇ ਵਰਤਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਜਿਵੇਂ ਸਾਡੇ MJ ਅਕਬਰ ਸਾਹਿਬ ਨੇ ਕਿਹਾ ਉਹ ਬਿਲਕੁਲ ਸਹੀ ਕਿਹਾ ਕਿ ਇੱਕ ਪਾਸੇ ਉਹ ਗੱਲਬਾਤ ਕਰਨੀ ਚਾਹੁੰਦੇ ਨੇ ਪਰ ਗੱਲਬਾਤ ਦੌਰਾਨ ਉਹ ਆਪਣੇ ਹੱਥ ਦੇ ਵਿੱਚ ਇੱਕ ਬੰਦੂਕ ਜ਼ਰੂਰ ਰੱਖਣਾ ਚਾਹੁੰਦੇ ਨੇ। ਮੈਂ ਸਮਝਦਾ ਕਿ ਦੋਨੋਂ ਦੇਸ਼ ਜੇ ਬੰਦੂਕ ਪਾਸੇ ਰੱਖ ਕੇ ਦਿਮਾਗ ਦੇ ਨਾਲ ਸੋਚਣਾ ਸ਼ੁਰੂ ਕਰਨ ਹਿਊਮਨ ਰਾਈਟਸ ਦੇ ਸਵਾਲ ਉੱਤੇ ਦੋਨਾਂ ਕਸ਼ਮੀਰਾਂ ਦੇ ਵਿੱਚ ਤਾਂ ਸ਼ਾਇਦ ਅਸੀਂ ਕਿਸੇ ਸਿੱਟੇ ਉੱਤੇ ਪਹੁੰਚ ਸਕਾਂਗੇ। ਜੀ ਮੇਰੇ ਨਾਲ ਮਾਨ ਸਿੰਘ ਜੀ ਜੁੜੇ ਹੋਏ ਨੇ ਅੱਜ ਕੈਲਗਰੀ ਤੋਂ ਖਾਸ ਤੌਰ ਤੇ। ਮਾਨ ਸਿੰਘ ਜੀ ਤੁਸੀਂ ਸੁਣ ਰਹੇ ਹੋ ਜੀ ਮੈਨੂੰ? हाँ जी भाई साहब। ਹਾਂਜੀ ਮਾਨ ਸਿੰਘ ਜੀ, ਜੋ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ ਨਵਾਜ਼ ਸ਼ਰੀਫ ਜੀ ਦੇ ਬਿਆਨ ਤੋਂ ਬਾਅਦ ਤੁਹਾਡਾ ਕੀ ਕਹਿਣਾ ਹੈ ਜੀ? मेरा ये मानना है कि जो राजनेता लोग हैं खासतौर से पाकिस्तान साइड के या भारत के भी कुछ ऐसे बुद्धिजीवी लोग हैं जी जो इस समस्या को राइट पर्सपेक्टिव में देख नहीं पा रहे हैं जी। अभी जैसे सिद्दीकी जी ने बताया था कि भाई जम्मू कश्मीर की नौजवान पीढ़ी के साथ डिस्क्रिमिनेशन हुआ, ह्यूमन राइट वायलेशन हुआ। राइट पर्सपेक्टिव ये है कि कश्मीर में केवल मुस्लिमों का एक ग्रुप है, सारे मुसलमान भी उसके खिलाफ नहीं है, ये मुसलमानों का एक गुट है। वो जम्मू कश्मीर के लोग आजादी नहीं चाह रहे हैं, ना ही जम्मू कश्मीर के लोग ये सारा का सारा झमेला कर रहे हैं। हम पता नहीं क्यों सच्चाई से जो है दूर भागना चाहते हैं और उस सच्चाई को जनता को नहीं बताना चाहते हैं कि ये कश्मीर के मुस्लिम का एक ग्रुप है, ये जम्मू कश्मीर के पीपुल नहीं है, लोग नहीं है जो इस तरह का झमेला कर रहे हैं वहां पे जो है। और पाकिस्तान निश्चित रूप से जो है 1947 से ही इस तरह के तत्वों का सपोर्ट कर रहा है कंटिन्यूअसली जो है। और अभी जो सिद्दीकी जी ने रायशुमारी वाली बात बताई है ये भी एक आधा सच्चाई है। हम लोग यूनाइटेड नेशंस के उस रेजोल्यूशन का जो उससे पहला वाला मतलब उसका पार्ट है उसे इग्नोर कर जाते हैं। उसमें पहला कंपोनेंट ये है कि पाकिस्तान अपनी फौज को ऑक्यूपाइड कश्मीर से खाली करेगा पहले, तब जाके रायशुमारी के लिए माहौल बनेगा। आमतौर पे क्या देखा जा रहा है कि भारत के ऊपर ही सब लोग ये प्रेशर बनाने की कोशिश करते हैं कि तुम रायशुमारी नहीं करा रहे जी। नहीं, ये गलत बात है। स्टेप नंबर 1 पाकिस्तान पर दबाव डालना चाहिए कि भाई आप वहां से आर्मी को हटाओ, भारत के कब्जे में पूरा कश्मीर आए और रायशुमारी होगी।
दूसरा कंपोनेंट यहाँ पे ये है कि जब अंग्रेज भारत को छोड़ कर गए तो देसी राजाओं ने जिसके फेवर में सिग्नेचर कर दिए, जो भारत के साथ रहेगा वो भारत के साथ रहेगा, जो पाकिस्तान के साथ साइन करे पाकिस्तान के साथ जाएगा, और जो जम्मू कश्मीर के राजा थे उन्होंने भारत के फेवर में साइन किया, तो वो पूरी की पूरी टेरिटरी मेरा ख्याल है मान सिंह जी, इस पे हम लोग आगे चल के बात जरूर करेंगे कि उन्होंने साइन भारत के साथ रहने के लिए किया था, जब उनके हालात ऐसे बने थे कि पाकिस्तान ने अटैक किया था, उनकी मजबूरी थी उस समय भारत से मदद लेनी, तो उन्होंने एक एग्रीमेंट साइन कर, इस पे हम लोग आगे चल के बात जरूर करेंगे आपके साथ। कोई इंसान घर से निकला हुआ एक भाई जो है बाहर से पिट के आके अपने घर में वापस आ गया या अपनी इच्छा से नॉर्मल में आ गया, इससे क्या अंतर करता है? एंड ऑफ द डे यदि कोई भाई जो है अपने मूल मुल्क में वापस मिलने के लिए तैयार हो गया और उसने सिग्नेचर कर दिए, तो लेकिन वो सिग्नेचर अनकंडीशनल नहीं थे, वो सिग्नेचर अनकंडीशनल नहीं थे, वहां कंडीशंस भी थी, वहां पे जम्मू कश्मीर को जो ज्यादा अख्तियार भी दिए गए थे, वो उस पर हम लोग आगे चल के बात करते हैं। मैं अभी डिबेट में नहीं जाना चाहूंगा मान सिंह जी, मैं चाहूंगा कि पहले हमारे साथ दो पैनलिस्ट और हैं, उनकी एक बार राय ले लें, उनकी क्या राय है इसके ऊपर, उसके बाद हम लोग डिबेट की तरफ चलते हैं। अजीत जी, मैं नक्सल में ये राय देना चाहता हूँ कि जो नवाज शरीफ जी कह रहे हैं वो सच्चाई से मुंह फेरने वाली बात है। ये एक हार्ड ट्रूथ है कि 1947 से ही पाकिस्तान बाई हुक्स और बाई क्रूक्स वो कश्मीर के ऊपर अपना कब्जा जमाना चाहता है, और किसी भी न किसी तरीके से भारत को ब्लीडिंग का जो एक काम है वो कंटिन्यूअसली उनकी तरफ से किया जा रहा है, और उस सच्चाई को हमें स्वीकार करना चाहिए, तभी किसी समस्या का समाधान निकल सकता है। क्योंकि किसी समस्या के समाधान के लिए पहला स्टेप होता है रिकॉग्नाइजिंग द प्रॉब्लम। अब यदि वो प्रॉब्लम को रिकॉग्नाइज नहीं करना चाहते, डिनाइल मोड में है, तो इस समस्या का जो है बातचीत से कभी समाधान नहीं होगा, ऐसा मेरा विचार है। जी मान सिंह जी, अजीत जी मेरे नाल कैदगी तो जुड़े हुए हैं। अजीत जी, ਤੁਹਾਡੀ ਵੀ ਮੈਂ ਰਾਏ ਜਾਣਨੀ ਚਾਹਾਂਗਾ ਜੀ ਨਵਾਜ਼ ਸ਼ਰੀਫ ਜੀ ਦੇ ਜਿਹੜੇ ਅੱਜ ਦਾ ਜਿਹੜਾ ਭਾਸ਼ਣ ਸੀਗਾ ਉਸ ਤੋਂ ਬਾਅਦ ਜੀ। ਅਜੀਤ ਜੀ देखो कबीर जी, उस पर तो मैं जरूर राय दूंगा, पर मैं एक होर गल जी हैगी वो लफ्ज़ कहनी चाहांगा, सो जो थोड़ा जिहा लम्मा हो जाए मेरी गल तो प्लीज ਉਹਨੂੰ सहन करियो। जी जी, इनिशियली ਤੁਸੀਂ ਕਰ ਸਕਦੇ ਹੋ जी। आजादी की गल करते हैं तो आजादी मंगल वाਲਿਆਂ ਨੂੰ ਤੇ ਉਹਨਾਂ ਦੀ ਕਦੇ ਦਰਮੀ ਸੁਰ ਦੇ ਵਿੱਚ ਕਦੇ ਕਾਫੀ ਉੱਚੀ ਸੁਰ ਦੇ ਵਿੱਚ ਉਸ ਚੀਜ਼ ਦੀ ਤਾਇਦ ਕਰਨ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਆਜ਼ਾਦੀ ਇੱਕ ਇਹੋ ਜਿਹੀ ਪਵਿੱਤਰ ਚੀਜ਼ ਹੈ ਜਿਹੜੀ ਝੂਠ ਦੇ ਸਹਾਰੇ ਨਹੀਂ ਮਿਲ ਸਕਦੀ ਹੈ ਜੀ। ਹੁਣੀ ਮੇਰੇ ਇੱਕ ਫਾਜ਼ਲ ਦੋਸਤ ਨੇ ਗੱਲ ਕਰਦੇ ਹੋਏ ਕਸ਼ਮੀਰ ਦੀ ਆਰਐਸਐਸ ਨੂੰ ਵਿੱਚ ਖਿੱਚਿਆ ਜੀ, ਔਰ ਮੈਂ ਆਰਐਸਐਸ ਦੀ ਕਿਸੇ बहुत चीजा च विरोधी होवांगा, डट के विरोधी होवांगा, पर एक चीज का विरोधी मैं उस तो भी ज्यादा कि मुफ्त दे विच किसे अपना पोलीटिकल स्कोर सैट करने वास्ते बिना वजह ही किसी का नाम खिंच लेना, ये कोई ईमानदार ना बहस है ना ईमानदार पॉलिटिक्स है। क्योंकि वो दसिया गया कि आरएसएस की जिन्हें ये कोई साजिश होंगी है पाकिस्तान कश्मीर के उत्ते कब्जा करना। क्या मैं पूछदा अपने दोस्त नूं कि क्या अज तक कांग्रेस पार्टी जिसने इन्ना सब तो वध राज किया है वो कदे कह सकती है कि कश्मीर भारत का हिस्सा नहीं? कोई क्षेत्रीय पार्टी अज तक कह सकती है कि कश्मीर भारत का हिस्सा नहीं हैगा? या कोई जिहड़ियां लेफ्ट पार्टीज जिहड़ियां कदे कदे चीन की हमायत भी करदियां रही ने 1962 की लड़ाई च, वो मैनू नहीं पता अपने अकैडमिक फॉरम के गल करदियां होण, पर कदे किसी पोलीटिकल फॉरम से आके वो कह सकदियां ने कि असीं कश्मीर पाकिस्तान नूं देण दा या आजाद करन दी ताईद करदे ने। तो फिर वो अपनी जिहड़ी क्षेत्रीय पॉलिटिक्स है या इंटरनल पॉलिटिक्स है ਉਹਦਾ स्कोर सैट करने वास्ते कल्ली एक संस्था का नाम लेना और वो भी इहो ਜਿਹੇ डिबेट ਦੇ ਵਿੱਚ ਇਹ क्या ਇਹ ईमानदार सोच है? जी जी हाँ, ਤੁਸੀਂ ਨਵਾਜ਼ ਸ਼ਰੀਫ ਜੀ ਦੀ ਗੱਲ ਤੇ ਜ਼ਰੂਰ ਆਓ। ਦੇਖੋ ਉਹ ਚੀਜ਼ ਦਾ ਜਿਹੜਾ ਉਹਨਾਂ ਨੇ ਕਿਹਾ ਉੱਥੇ ਪਹਿਲੀ ਤਾਂ ਗੱਲ ਹੈ ਕਿ ਉਹ ਜਦੋਂ ਉਹਨਾਂ ਨੇ ਭਾਸ਼ਣ ਦਿੱਤਾ ਇਹ ਲੱਗਦਾ ਹੀ ਨਹੀਂ ਕਿ ਉਹ ਦਿਲੋਂ ਭਾਸ਼ਣ ਦੇ ਰਹੇ ਨੇ ਨਵਾਜ਼ ਸ਼ਰੀਫ ਜੀ। ਉਹ ਏਦਾਂ ਭਾਸ਼ਣ ਦੇ ਰਹੇ ਸੀ ਜਿਵੇਂ ਉਹ ਕਿਸੇ ਦੇ ਕਹੇ ਤੇ ਮਜਬੂਰੀ 'ਚ ਗੱਲਾਂ ਕਰਦੇ ਹੋਣ। ਔਰ ਦੂਸਰੀ ਗੱਲ ਇਹ ਹੈ ਕਿ ਆਜ਼ਾਦੀ ਹੁੰਦੀ ਹੈ ਔਰ
ਇੱਕ ਖਿੱਤੇ ਨੂੰ ਕਿਸੇ ਨਾਲ ਤੋੜ ਕੇ ਦੂਜੇ ਮੁਲਕਾਂ ਨਾਲ ਰਲਾਉਣ ਦੀ ਸਾਜ਼ਿਸ਼ ਆਜ਼ਾਦੀ ਤੋਂ ਬਿਲਕੁਲ ਵੱਖਰੀ ਹੁੰਦੀ ਹੈ। ਤੁਸੀਂ ਹਿੰਦੁਸਤਾਨ ਨਾਲ ਤੋੜ ਕੇ ਕਸ਼ਮੀਰ ਨੂੰ ਪਾਕਿਸਤਾਨ ਨੂੰ ਨਾਲ ਰਲਾਉਣ ਨੂੰ ਕਸ਼ਮੀਰ ਦੀ ਆਜ਼ਾਦੀ ਨਹੀਂ ਕਹਿ ਸਕਦੇ ਹੈਗੇ। ਜੇ ਉਹ ਆਜ਼ਾਦੀ ਹੈ ਤਾਂ ਆਜ਼ਾਦੀ ਹੋਰ ਵੀ ਖਿੱਤੇ 'ਚ ਲੋਕ ਮੰਗ ਰਹੇ ਨੇ, ਬਹੁਤ ਦੇਰ ਤੋਂ ਮੰਗ ਰਹੇ ਨੇ। ਜੇ ਉਹ ਕਸ਼ਮੀਰ ਦੇ ਜਿਹੜੇ ਹੁਰੀਅਤ ਕਾਨਫਰੰਸ ਤੇ ਹੋਰ ਇਹੋ ਜਿਹੇ ਲੋਕ ਜਿਹੜੇ ਆਜ਼ਾਦੀ ਦੇ ਨਾਂ ਤੇ ਪਾਕਿਸਤਾਨ ਨਾਲ ਲੜਾਉਣਾ ਚਾਹੁੰਦੇ ਨੇ, ਜੇ ਰੀਅਲ ਆਜ਼ਾਦੀ ਮੰਗਦੇ ਨੇ, ਕਿਆ ਉਹ ਅੱਜ ਬਲੋਚਿਸਤਾਨ ਦੇ ਲੋਕਾਂ ਦੀ ਆਜ਼ਾਦੀ ਦੀ ਹਾਮੀ ਭਰ ਸਕਦੇ ਨੇ? ਮੇਰਾ ਖਿਆਲ ਉਹ ਕਦੇ ਨਹੀਂ ਭਰ ਸਕਣਗੇ। ਉੱਥੋਂ ਪਤਾ ਲੱਗਦਾ ਹੈ ਕਿ ਉਹ ਪਾਕਿਸਤਾਨ ਨਾਲ ਰਲਾਉਣ ਦੀ ਸਾਜ਼ਿਸ਼ ਦਾ ਹਿੱਸਾ ਨੇ, ਔਰ ਜਿਹਦੇ ਵਿੱਚ ਬੜੀਆਂ ਮੀਡੀਆ 'ਚ ਗੱਲਾਂ ਆਉਂਦੀਆਂ ਨੇ, ਸਭ ਆਉਂਦਾ ਕਿ ਉਹ ਪਾਕਿਸਤਾਨ ਤੋਂ ਪੈਸੇ ਵੀ ਖਾ ਰਹੇ ਨੇ। ਉਸ ਲੜਾਈ ਨੂੰ ਨਾ ਤਾਂ ਆਜ਼ਾਦੀ ਦੀ ਲੜਾਈ ਕਿਹਾ ਜਾ ਸਕਦਾ। ਫਿਰ ਜਿਹੜੇ ਲੋਕ ਉੱਥੋਂ ਉਜਾੜੇ ਗਏ ਨੇ ਹਿੰਦੂ ਪਰਿਵਾਰ, ਕਿਆ ਉਹ ਕਸ਼ਮੀਰੀ ਨਹੀਂ? ਕਦੇ ਉਹਨਾਂ ਲੋਕਾਂ ਦੇ ਮੂੰਹ ਤੇ ਸੁਣਿਆ ਕਿ ਉਹਨਾਂ ਲੋਕਾਂ ਨੂੰ ਉਹ ਕਿਉਂ ਉਜਾੜਿਆ ਗਿਆ? ਕਿਉਂਕਿ ਉਹ ਪਾਕਿਸਤਾਨ ਦੀ ਵਿਰੋਧਤਾ ਹੋ ਜਾਏਗੀ ਤੇ ਉਹ ਨਹੀਂ ਕਹਿਣਗੇ ਹੈਗੇ। ਸੋ ਆਜ਼ਾਦੀ ਦੀ ਲੜਾਈ ਜੇ ਆਜ਼ਾਦੀ ਹੈ ਤਾਂ ਉਹਨਾਂ ਨੂੰ ਨਾਲ ਹੀ ਪਾਕਿਸਤਾਨ ਦੀ ਵਿਰੋਧਤਾ ਕਰਨੀ ਚਾਹੀਦੀ, ਕਿਉਂਕਿ ਪਾਕਿਸਤਾਨ ਦੇ ਕੋਲ ਉਹਦੇ ਨਾਲੋਂ ਵੱਡਾ ਹਿੱਸਾ ਹੈ। ਔਰ ਹਿੰਦੁਸਤਾਨ ਦਾ ਇੱਕ ਬੜੀ ਜ਼ਰੂਰੀ ਚੀਜ਼ ਦੇਖਣ ਵਾਲੀ ਹੈ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਹਿੱਸਾ ਹੈਗਾ ਉਹਨੂੰ ਹਿੰਦੁਸਤਾਨ ਆਪਣੇ ਦੂਜੇ ਨਾਲੋਂ ਸੂਬੇ ਨਾਲੋਂ ਵੀ ਵੱਧ ਖਰਚ ਕਰ ਰਿਹਾ ਹੈ। ਔਰ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹਦਾ 5000 ਕਿਲੋਮੀਟਰ ਉਹਨਾਂ ਨੇ ਸਰੈਂਡਰ ਕੀਤਾ ਆਪਣੇ ਫਾਇਦੇ ਵਾਸਤੇ ਚਾਈਨਾ ਨੂੰ, ਔਰ ਉਸ ਤੋਂ ਬਾਅਦ ਉਹਦੇ ਵਿੱਚ ਵੀ ਜਿਹੜਾ ਰਸਤਾ ਦੇ ਰਹੇ ਨੇ ਉਹ, ਔਰ ਜਿਹਦੇ ਬਦਲੇ ਵਿੱਚ ਪਤਾ ਨਹੀਂ ਕੀ ਕੁਛ ਉਸ ਗੁਆਂਢੀ ਮੁਲਕ ਤੋਂ ਪ੍ਰਾਪਤ ਕਰ ਰਹੇ ਨੇ। ਉਹ ਪ੍ਰਾਪਰਟੀ ਜਿਹੜੀ ਕਸ਼ਮੀਰ ਦੀ ਹੈ ਉਹ ਦੂਜੇ ਮੁਲਕ ਨੂੰ ਦੇ ਰਹੇ ਨੇ ਕਸ਼ਮੀਰੀਆਂ ਦੀ ਸਹਿਮਤੀ ਤੋਂ ਬਿਨਾਂ। ਤਾਂ ਕਿਆ ਉਹ ਕਸ਼ਮੀਰੀਆਂ ਦੇ ਨਾਲ ਧਰੋ ਨਹੀਂ ਕੀਤਾ ਜਾ ਰਿਹਾ? ਤੇ ਜਿਹੜੇ ਲੋਕ ਪਹਿਲਾਂ ਹੀ ਧਰੋ ਕਰ ਰਹੇ ਨੇ ਉਹ ਆਜ਼ਾਦੀ ਦੇ ਹਾਮੀ ਕਿਵੇਂ ਹੋ ਸਕਦੇ ਨੇ? ਜੀ ਜੀ ਦਿਲਰਾਜ ਜੀ ਵੀ ਮੇਰੇ ਨਾਲ ਜਲੰਧਰ ਤੋਂ ਜੁੜੇ ਹੋਏ ਨੇ ਜੀ। ਦਿਲਰਾਜ ਜੀ। ਹਾਂਜੀ ਕੁਲਵੀਰ ਜੀ। ਦਿਲਰਾਜ ਜੀ, ਨਵਾਜ਼ ਸ਼ਰੀਫ ਜੀ ਦੀ ਸਪੀਚ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ? ਉਸ ਤੋਂ ਬਾਅਦ ਅਸੀਂ, ਮੇਰਾ ਖਿਆਲ ਅੱਜ ਸਾਡੀ ਡਿਬੇਟ ਜਿਹੜੀ ਹੈਗੀ ਆ ਕਾਫੀ ਮੈਨੂੰ ਮੁੱਦੇ ਮਿਲ ਗਏ ਨੇ ਡਿਬੇਟ ਕਰਨ ਵਾਸਤੇ, ਤੇ ਤੁਹਾਡੀ ਮੈਂ ਚਾਹਾਂਗਾ ਕਿ ਓਪਨਿੰਗ ਤੁਸੀਂ ਜਿਹੜਾ ਤੁਹਾਡਾ ਕਮੈਂਟ ਹੈਗਾ ਜ਼ਰੂਰ ਦੇ ਦਿਓ ਜੀ। ਬਿਲਕੁਲ ਕੁਲਵੀਰ ਜੀ, ਕਸ਼ਮੀਰ ਇੰਡੀਆ ਕੋਲ ਰਹਿਣਾ ਚਾਹੀਦਾ ਹੈ, ਕਸ਼ਮੀਰ ਆਜ਼ਾਦ ਹੈ ਕਿ ਨਹੀਂ ਆਜ਼ਾਦ, ਕਸ਼ਮੀਰੀ ਕੀ ਚਾਹੁੰਦੇ ਆ, ਇਹ ਸਾਰੀਆਂ ਗੱਲਾਂ ਬਾਅਦ ਦੀਆਂ ਨੇ। ਸਭ ਤੋਂ ਪਹਿਲੇ ਤਾਂ ਨਵਾਜ਼ ਸ਼ਰੀਫ ਸਾਹਿਬ ਦੇ ਸਪੀਚ ਤੇ ਆਵਾਂ ਮੈਂ। ਸਪੀਚ ਵਿੱਚ ਬੁਰਹਾਨ ਵਾਨੀ ਨੂੰ ਹੀਰੋ ਦੱਸਣਾ। 300 ਛੋਟੇ ਬੱਚੇ ਪਿਸ਼ਾਵਰ ਦੇ ਵਿੱਚ ਜਿਹੜਾ ਸਕੂਲ 'ਚ ਅਟੈਕ ਹੋਇਆ ਸੀ ਉੱਥੇ ਮਰ ਗਏ ਸੀਗੇ। ਉਹ ਏਡਾ ਵੱਡਾ ਇੰਸੀਡੈਂਟ ਸੀ, ਪੂਰੇ ਦੁਨੀਆ ਦੇ ਲੋਕ ਉਹਦੇ ਲਈ ਰੋਏ ਸੀਗੇ। ਪਰ ਪਾਕਿਸਤਾਨ ਨੂੰ ਆਪਣੀਆਂ ਹਰਕਤਾਂ ਤੋਂ ਸਮਝ ਨਹੀਂ ਆਉਂਦੀ ਪਈ ਕਿ ਜਿਹੜਾ ਟੈਰਰਿਜ਼ਮ ਨੂੰ ਉਹ ਵਧਾਵਾ ਦਿੰਦਾ ਪਿਆ, ਉਹ ਟੈਰਰਿਜ਼ਮ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਆਪਣੇ ਆਪ ਵਿੱਚ ਹੀ ਖਾਈ ਜਾ ਰਿਹਾ। ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਇੰਡੀਆ ਨੂੰ ਥੱਲੇ ਲਾਉਂਦੇ ਪਏ ਹਾਂ, ਪਰ ਅਸਲ ਦੇ ਵਿੱਚ ਉਹ ਭੁਣ ਵਾਂਗ ਆਪਣੇ ਆਪ ਹੀ ਪਾਕਿਸਤਾਨ ਨੂੰ ਖਾਂਦਾ ਜਾ ਰਿਹਾ। ਇੱਕ ਝੂਠ ਅੱਜ ਇਹ ਪੂਰੀ ਡਿਬੇਟ ਵਿੱਚ ਜੋ ਕੱਲ੍ਹ ਨਵਾਜ਼ ਸ਼ਰੀਫ ਨੇ ਬੋਲਿਆ, ਉਹ ਇੱਕ ਝੂਠ ਆਪਾਂ ਬੇਨਕਾਬ ਕਰਾਂਗੇ ਮੈਨੂੰ ਲੱਗਦਾ ਪੂਰੀ ਡਿਬੇਟ ਵਿੱਚ, ਤੇ ਆਪਾਂ ਸਕਸੈਸਫੁਲ ਹੋਵਾਂਗੇ। ਜਿਹੜੇ ਵੀ ਵਿਊਅਰਸ ਸੁਣਦੇ ਪਏ ਆ ਉਹ ਪਾਕਿਸਤਾਨ ਦਾ ਅੱਜ ਅਸਲ ਚਿਹਰਾ ਦੇਖਣਗੇ। ਜੀ ਮੈਂ ਸਾਰੇ ਪੈਨਲਿਸਟ ਦੀ ਗੱਲ ਜਿਹੜੀ ਹੈ ਸੁਣ ਲਈ ਆ। ਥੋੜਾ ਜਿਹਾ ਕਨਫਲਿਕਟ ਕੁਝ ਗੱਲਾਂ ਦੇ ਉੱਪਰ ਮੈਂ ਚਾਹਾਂਗਾ ਕਿ ਦੁਬਾਰਾ ਜ਼ਰੂਰ ਗੱਲ ਕੀਤੀ ਜਾਵੇ। ਮੈਂ ਸਭ ਤੋਂ ਪਹਿਲਾਂ ਮਾਨ ਸਿੰਘ ਹੁਣਾਂ ਨੇ ਗੱਲ ਕੀਤੀ ਸੀਗੀ ਧਾਰਾ 370 ਦੀ, ਤੇ ਘਰ ਤੋਂ ਵੱਖਰੇ ਹੋਏ ਬੰਦੇ ਦਾ ਵਾਪਸ ਘਰ ਆਉਣ ਦੀ। ਮੈਂ ਸ਼ਬਦੀਪ ਜੀ ਮੈਂ ਤੁਹਾਡੇ ਕੋਲ ਹੀ ਆ ਰਿਹਾ ਜੀ। ਮੈਂ ਚਾਹਾਂਗਾ ਤੁਸੀਂ ਉਹਦੇ ਤੇ ਸ਼ਬਦੀਪ ਜੀ ਤੁਸੀਂ ਉਸ ਗੱਲ ਦੇ ਉੱਪਰ ਜ਼ਰੂਰ ਇੱਕ ਵਾਰ ਗੱਲ ਕਰੋ, ਉਸ ਤੋਂ ਬਾਅਦ ਮੈਂ ਮਾਨ ਸਿੰਘ ਜੀ ਨਾਲ ਗੱਲ ਕਰਦਾ ਜੀ। ਫਿਰ ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਕਰਾਂਗਾ ਮਾਨ ਸਿੰਘ ਜੀ ਹੋਰਾਂ ਨਾਲ। ਮਾਨ ਸਿੰਘ ਜੀ, ਮੈਂ ਆਪਣੇ ਓਪਨਿੰਗ ਕਮੈਂਟ ਦੇ ਵਿੱਚ ਬਹੁਤ ਕਲੀਅਰ ਕੀਤਾ ਸੀ ਕਿ ਜਿੰਨੀ ਦੇਰ ਤੱਕ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ ਆਜ਼ਾਦ ਕਸ਼ਮੀਰ ਦੇ ਨਾਂ ਦਾ ਖਿੱਤਾ, ਉਨੀ ਦੇਰ ਤੱਕ ਰਾਇਸ਼ੁਮਾਰੀ ਸੰਭਵ ਨਹੀਂ ਹੈ। ਔਰ ਭਾਰਤ ਨੇ ਕਦੇ ਇਸ ਦਿਸ਼ਾ ਦੇ ਵਿੱਚ ਡਿਮਾਂਡ ਕਦੇ ਨਹੀਂ ਰੱਖੀ, ਨਾ ਕਾਂਗਰਸ ਦੇ ਰਾਜਾਂ ਵਿੱਚ ਨਾ ਬੀਜੇਪੀ ਦੇ ਰਾਜਾਂ ਦੇ ਵਿੱਚ, ਕਿ ਪਹਿਲਾਂ ਪਾਕਿਸਤਾਨ ਉੱਥੇ ਜਾਵੇ ਤੇ ਅਸੀਂ ਰਾਇਸ਼ੁਮਾਰੀ ਕਰਾਵਾਂਗੇ। ਨਾ ਕਦੇ ਨਹਿਰੂ ਨੇ ਕਿਹਾ, ਨਾ ਕਦੇ ਇੰਦਰਾ ਨੇ ਕਿਹਾ, ਨਾ ਕਦੇ ਵਾਜਪਾਈ ਸਾਹਿਬ ਨੇ ਕਿਹਾ, ਤੇ ਨਾ ਕਦੇ ਮੋਦੀ ਨੇ ਕਿਹਾ। ਇਹ ਗੱਲ ਮੈਂ ਸ਼ੁਰੂ 'ਚ ਕਹੀ ਹੈ ਕਿ ਭਾਰਤ ਨੇ ਇਸ ਦਿਸ਼ਾ 'ਚ ਕਦੇ ਡਿਮਾਂਡ ਕੀਤੀ ਨਹੀਂ। ਇਸ ਕਰਕੇ ਤੁਸੀਂ ਮੈਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਰਾਇਸ਼ੁਮਾਰੀ ਜਿਹੜੀ ਉਹ ਪਾਕਿਸਤਾਨ ਨੂੰ ਦੇਣ ਦੇ ਪੱਖ ਤੋਂ ਕਹਿ ਰਿਹਾ। ਦੂਸਰੀ ਗੱਲ ਮੈਂ ਇਹ ਕਰਨੀ ਚਾਹਾਂਗਾ ਅਜੀਤ ਜੀ ਨਾਲ। ਅਜੀਤ ਜੀ, ਪਹਿਲੀ ਗੱਲ ਤਾਂ ਤੁਸੀਂ 5000 ਕਿਲੋਮੀਟਰ ਦਾ ਖਿੱਤਾ ਕਹਿ ਦਿੱਤਾ।
ਕਿ ਪਰਲੇ ਕਸ਼ਮੀਰ ਦਾ ਦੇ ਦਿੱਤਾ। ਪਲੀਜ਼ ਤੁਸੀਂ ਆਪਣੇ ਅੰਕੜੇ ਠੀਕ ਕਰ ਲਓ। ਮੇਰਾ ਖਿਆਲ 5000 ਕਿਲੋਮੀਟਰ ਦਾ ਏਰੀਆ ਸ਼ਾਇਦ ਦੇ ਸਕਣਾ ਸੰਭਵ ਨਹੀਂ, ਉਹਦਾ ਉਸ ਨਕਸ਼ੇ ਦੀ ਪੂਰੀ ਲੰਬਾਈ ਵੀ ਸ਼ਾਇਦ ਇੰਨੀ ਨਾ ਬਣਦੀ ਹੋਵੇ ਜਿਹੜਾ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਹੈ, ਸ਼ਾਇਦ ਦੋਨਾਂ ਦੀ ਰਲਾ ਕੇ ਵੀ ਇੰਨੀ ਨਹੀਂ ਬਣਦੀ। ਇਸ ਕਰਕੇ ਆਪਣੇ ਮੈਂ ਸਕੁਅਰ ਕਿਲੋਮੀਟਰ ਕਹਿਣਾ ਸੀ ਜੀ, ਇੰਨਾ ਫਰਕ ਪਿਆ, ਉਹ ਅੰਡਰਸਟੂਡ ਹੈ। हाँ ठीक है, नो प्रॉब्लम। मैं जे 5000 किलोमीटर है तो मैं उन्हें गलत समझदा। तो खैर आप अंकड़ेबाजी च नहीं पैंदे। मैं हुण एक अगली गल कहनी चाहना। पाकिस्तान आर्मी के विड्रॉल की उसकी बात है, जो मेरा ओपिनियन है। सर प्लीज मेरी गल भारत और पाकिस्तान के बीच खुला समझौता हो गया, तो पहले वाले जो भी समझौते या एग्रीमेंट किसी भी लेवल पे किए गए वो सुपरसीड हो गए, और दोनों पार्टीज ने ये कहा कि अब हम फ्यूचर के जितने भी मसले हैं। नहीं मान सिंह जी, मुझे यहाँ पे जम्मू कश्मीर की बात कहाँ रह गई? इंडिया पाकिस्तान ने समझौता कर लिया, वहाँ के लोगों का हक कहाँ पे है? कुलबीर जी, मैं तो इस बात का पहले अपना ओपिनियन दे रहा था, जिसमें ये कही गई थी बात की भारत की सरकार पाकिस्तान के विड्रॉल की बात क्यों नहीं करती, क्योंकि मुझे ऐसा लगता है, मेरा ये ओपिनियन है कि शिमला समझौते के बाद दोनों देशों ने यह तय किया था कि पास में जो भी कुछ हुआ जो हुआ, आगे के जो भी हम मसले हैं वो पूरी तरह से हम लोग जो है शिमला समझौते के अकॉर्डिंग, उसकी क्लोजेस के अकॉर्डिंग हम अपने आपसी मसलों को सेट करेंगे। इसलिए 1947 में जो भी हुआ था या जिस भी तरीके से हुआ था, या यूनाइटेड नेशंस में कोई रिजोल्यूशन हुआ था, वो सारी चीजें ऑटोमेटिकली सुपरसीड हो गई हैं। इसलिए यदि पाकिस्तान या कोई भी भारत का नागरिक या पाकिस्तान का नागरिक अभी उस रिजोल्यूशन की बात करता है, तो मैं समझता हूं कि वो कहीं ना कहीं अपनी सोच में, आई एम सॉरी टू से, कि जो लेटेस्ट स्टेटस है उस पर जुड़ नहीं पा रहे हैं, और जो शिमला समझौते को वो कोई भी वैल्यू देने के मूड में नहीं है, ऐसा मुझे लगता है। तो वो अपनी चीज से बैक ट्रैक हो रहे हैं। तो ऐसी सिचुएशन में आप लोग क्या कर सकते हैं? अब बात जो धारा 370 की आती है, वो धारा 370 में चाहे कुछ भी लिखा हुआ हो, वो भारत के कॉन्स्टिट्यूशन का पार्ट है। ये अपने आप में इस बात को सिद्ध करता है कि पूरे के पूरे कश्मीर के ऊपर कानूनी तौर पे भारत का हक है, और भारत को जो है हर चीज का अधिकार है कि उसमें जो चाहे वो करे, और उसी के अकॉर्डिंग जो है आगे का यहाँ तक आजादी की बात है 1947 की यदि आप बात करें, मैं उसी आर्गुमेंट में कहता हूं। ਮਾਨ ਸਿੰਘ ਜੀ, ਮੈਂ ਕਾਲਰ ਲੈ ਲਵਾਂ ਜੀ, ਮੇਰੇ ਨਾਲ ਕਾਲਰ ਜੁੜੇ ਨੇ ਇੱਕ, ਉਸ ਤੋਂ ਬਾਅਦ ਮੈਂ ਤੁਹਾਡੇ ਵੱਲ ਦੁਬਾਰਾ ਆਵਾਂਗਾ। ਲਾਸਟ 4 ਨੰਬਰ ਨੇ ਜੀ, ਮੇਰਾ ਫਰੈਂਡ 6855 ਲਾਸਟ 4 ਨੰਬਰ ਨੇ ਜੀ। ਹੈਲੋ ਹੈਲੋ, ਹਾਂਜੀ ਸਰ, ਆਪਣਾ ਨਾਮ ਦੱਸੋਗੇ ਤੇ ਕਿਹੜੇ ਸ਼ਹਿਰ ਤੋਂ ਬੋਲ ਰਹੇ ਦੱਸੋਗੇ ਜੀ? मैं पंजाब के संगरूर तो बोल रहे हैं, कुलवंत सिंह ਚੱਬਾ जी। ਹਾਂਜੀ 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 ਸਰ, ਕੀ ਕਹਿਣਾ ਚਾਹੋਗੇ ਜੀ? ਇਹ ਕਸ਼ਮੀਰ ਮਸਲੇ ਤੇ ਜਿਹੜੀ ਗੱਲਬਾਤ ਹੋ ਰਹੀ ਹੈ, ਕਿ ਜਿਹੜੀ ਪਾਕਿਸਤਾਨ ਵੱਲੋਂ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ, ਬਾਰ-ਬਾਰ ਕਸ਼ਮੀਰ ਦਾ ਮਸਲਾ ਜਿਹੜਾ ਉੱਠ ਰਿਹਾ ਹੈਗਾ, ਇਹਦੇ ਸੰਬੰਧ ਵਿੱਚ ਮੈਂ ਅੱਜ ਦੇ ਚਰਚਾ ਕਰ ਰਹੇ ਇਹਨਾਂ ਤੋਂ ਸ਼ਖਸੀਅਤ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇਹਦਾ ਸਾਰਥਕ ਹੱਲ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ? ਜੀ ਅਜੇ ਤੱਕ ਤੇ ਕੁਲਵੰਤ ਸਿੰਘ ਜੀ ਸਾਡੇ ਪੈਨਲਿਸਟ ਇਹੀ ਫਾਈਨਲ ਨਹੀਂ ਕਰ ਪਾਏ ਕਿ ਜਾਂ ਸਭ ਦੀ ਸੋਚ ਵੱਖਰੀ ਵੱਖਰੀ ਆ ਕਈ ਮੁੱਦਿਆਂ ਦੇ ਉੱਤੇ, ਕਿ ਇਹ ਮੁੱਦੇ ਨੂੰ ਸਮਝਣ ਤੇ ਹੀ ਹਲੇ ਤੱਕ ਤੇ ਮੈਂ ਕਹਿੰਦਾ ਕਿ ਮਾਨ ਸਿੰਘ ਜੀ ਇਸ ਮੁੱਦੇ ਨੂੰ ਕਿਸੇ ਹੋਰ ਤਰੀਕੇ ਨਾਲ ਦੇਖਦੇ ਨੇ, ਸ਼ਬਦੀਪ ਜੀ ਇਸ ਮੁੱਦੇ ਨੂੰ ਥੋੜਾ ਹੋਰ ਤਰੀਕੇ ਨਾਲ ਦੇਖਦੇ ਨੇ, ਅਜੀਤ ਜੀ ਹੋਰ ਤਰੀਕੇ ਨਾਲ ਦੇਖਦੇ ਨੇ। ਸ਼ਾਇਦ ਇਹੀ ਸਮੱਸਿਆ ਦੋਨਾਂ ਦੇਸ਼ਾਂ ਦੇ ਵਿੱਚ ਵੀ ਹੈ, ਔਰ ਸਾਡੀ ਜਿਹੜੀ ਸਿਆਸਤਦਾਨ ਆ ਉਹਨਾਂ ਵਿੱਚ ਵੀ ਹੈ, ਕਿ ਮੁੱਦੇ ਨੂੰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਦੇਖਿਆ ਜਾ ਰਿਹਾ। ਜਦੋਂ ਤੱਕ ਕਿਸੇ ਇੱਕ ਸਬਜੈਕਟ ਦੇ ਉੱਪਰ ਆ ਕੇ ਜਾਂ ਇੱਕ ਲਾਈਨ ਦੇ ਉੱਪਰ ਆ ਕੇ ਕੋਈ ਰਾਏ ਨਹੀਂ ਬਣਦੀ ਕਿ ਇਹ ਮੁੱਦੇ ਨੂੰ ਇਸ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ, ਉਦੋਂ ਤੱਕ ਸ਼ਾਇਦ ਮੈਨੂੰ ਤਾਂ ਘੱਟੋ ਘੱਟ ਲੱਗਦਾ ਕਿ ਉਹਦਾ ਕੋਈ ਹੱਲ ਨਹੀਂ ਆ। ਤੁਸੀਂ ਇਹਦੇ ਬਾਰੇ, ਜੋ ਨਵਾਜ਼ ਸ਼ਰੀਫ ਜੀ ਦੀ ਸਪੀਚ ਹੈ, ਉਹਦੇ ਬਾਰੇ ਕੁਲਵੰਤ ਜੀ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਸ ਗੱਲ ਦੀ ਨਿੰਦਾ ਕਰਦਾ ਜਿਹੜਾ ਉਹਨਾਂ ਨੇ ਬੁਰਹਾਨ ਜਿਹੜਾ ਹੈ ਉਹਦੀ ਉਹਨਾਂ ਨੇ ਪ੍ਰਸ਼ੰਸਾ ਕੀਤੀ ਹੈ। ਇਹ ਬਹੁਤ ਮਾੜੀ ਗੱਲ ਹੈ, ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਲੋਕ ਨੇ, ਉਹਨਾਂ ਦੀ ਤੁਸੀਂ ਹਾਈਲਾਈਟ ਕਰੋਗੇ, ਉਹਨਾਂ ਦੀ ਪ੍ਰਸ਼ੰਸਾ ਕਰੋਗੇ। ਇੱਕ ਜ਼ਿੰਮੇਵਾਰ ਜਿਹੜਾ ਪ੍ਰਧਾਨ ਮੰਤਰੀ ਹੈ ਪਾਕਿਸਤਾਨ ਦਾ, ਉਹ ਇਸ ਤਰ੍ਹਾਂ ਦਾ ਜਿਹੜਾ ਸੋਹਲੇ ਗਾਉਂਦਾ ਬੁਰਹਾਨ ਨਾਂ ਦੇ ਜਿਹੜਾ ਹੈਗਾ ਆਤੰਕਵਾਦੀ ਹੈ, ਉਹਦੇ ਮਾੜੀ ਘਟਨਾ ਹੈ। ਔਰ ਦੂਜੀ ਜਿਹੜਾ ਹੈਗਾ, ਪਾਕਿਸਤਾਨ ਜਿਹੜਾ ਸਾਡਾ ਚਿਹਰਾ ਹੈਗਾ, ਉਹ ਭਾਰਤ ਚੰਗੀ ਤਰ੍ਹਾਂ ਸਮਝਦਾ ਹੈਗਾ, ਤੇ ਉਹ ਬਾਰ-ਬਾਰ ਕਸ਼ਮੀਰ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਬਹੁਤ ਚਿੰਤਾਜਨਕ ਪਹਿਲੂ ਹੈ। ਔਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਪਹਿਲਾਂ ਉਮੀਦਵਾਦੀ ਸੀ, ਜਿਹੜੇ ਕਹਿੰਦੇ ਸਾਡਾ 5 ਇੰਚ ਦਾ ਸੀਨਾ ਹੈ, ਪਰ ਪਾਕਿਸਤਾਨ ਦੇ ਅੰਦਰ ਅਸੀਂ ਜਾ ਕੇ ਜਵਾਬ ਦੇਵਾਂਗੇ,
ਔਰ ਉਹਨਾਂ ਦੇ ਜਿਹੜੀਆਂ ਹੁਣ ਰਣਨੀਤੀਆਂ ਨੇ ਜਾਂ ਜਿਹੜਾ ਉਹ ਉਹਨਾਂ ਦੀ ਤਕਨੀਕ ਹੈ ਉਹ ਹੁਣ ਡਿਫੈਂਸ ਤੇ ਆ ਗਏ ਹੈ। ਪਤਾ ਨਹੀਂ ਕੀ ਕਾਰਨ ਹੈ। ਸਾਨੂੰ ਜਿਹੜੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਪਾਕਿਸਤਾਨ ਨੂੰ ਸਖਤ ਸੰਦੇਸ਼ ਦੇਣਾ ਚਾਹੀਦਾ। ਉਰੀ ਦੇ ਵਿੱਚ ਉਹਨਾਂ ਨੇ ਆ ਕੇ ਸਾਡੇ ਤੇ ਹਮਲਾ ਕੀਤਾ, ਪਹਿਲਾਂ ਵੀਰਨਗਰ ਦੇ ਵਿੱਚ ਹਮਲਾ ਹੋਇਆ, ਬਾਰ-ਬਾਰ ਅਟੈਕ ਹੋ ਰਿਹਾ। ਸੋ ਇਸ ਲਈ ਸਾਨੂੰ ਇੱਕ ਠੋਸ ਰਣਨੀਤੀ ਬਣਾਉਣੀ ਪਏਗੀ ਔਰ ਸਾਰੀਆਂ ਸਰਬ ਪਾਰਟੀਆਂ ਨੂੰ ਨਾਲ ਲੈ ਕੇ ਇੱਕ ਚੰਗਾ ਐਕਸ਼ਨ ਕਰਨਾ ਪਏਗਾ ਔਰ ਤਕੜੀ ਰਣਨੀਤੀ ਬਣਾਉਣੀ ਪਏਗੀ ਔਰ ਕਸ਼ਮੀਰ ਮੁੱਦੇ ਦਾ ਹੱਲ ਹੈ ਜਿਹੜਾ ਉਹ ਤਾਂ ਹੀ ਨਿਕਲ ਸਕਦਾ ਹੈ। ਔਰ ਇਹ ਦੋਨੇ ਧਿਰਾਂ ਜਿਹੜੀਆਂ ਆਪਸ ਦੇ ਵਿੱਚ ਕਿਸੇ ਚੰਗੇ ਪੁਆਇੰਟ ਦੇ ਉੱਤੇ ਕਿਸੇ ਮੁੱਦੇ ਨੂੰ ਲੈ ਕੇ ਇਕੱਠੀਆਂ ਹੋਣ, ਤੀਜੇ ਧਿਰ ਦੀ ਲੋੜ ਨਹੀਂ ਹੈ। ਜੀ ਕੁਲਵੰਤ ਸਿੰਘ ਜੀ, ਤੁਸੀਂ ਸਾਡੇ ਨਾਲ ਬਣੇ ਰਹਿਣਾ। ਮੈਂ ਦਰਸ਼ਕਾਂ ਨੂੰ ਦੱਸਦਾ ਕਿ ਕੁਲਵੰਤ ਸਿੰਘ ਜੀ ਪੰਜਾਬ ਤੋਂ ਨੇ ਔਰ ਟ੍ਰਿਬਿਊਨ ਦੇ ਨਾਲ ਸੀਨੀਅਰ ਜਰਨਲਿਸਟ ਨੇ, ਸਾਡੇ ਨਾਲ ਖਾਸ ਤੌਰ ਤੇ ਭਖਦੀਆਂ ਖਬਰਾਂ ਵਿੱਚ ਅੱਜ ਜੁੜੇ ਹੋਏ ਨੇ। ਕੁਲਵੰਤ ਜੀ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਤੁਸੀਂ ਸਾਡੇ ਨਾਲ ਬਣੇ ਰਹਿਣਾ, ਅੱਗੇ ਵੀ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ। ਮੈਂ ਇੱਕ ਕਾਲਰ ਲੈਣਾ ਚਾਹਾਂਗਾ ਜੀ, ਲਾਸਟ 4 ਨੰਬਰ ਨੇ ਜੀ 6855। ਹੈਲੋ ਹੈਲੋ, ਲਾਸਟ 4 ਨੰਬਰ ਨੇ ਜੀ 6855। ਮੇਰਾ ਖਿਆਲ ਹੈ ਉਹਨਾਂ ਦੀ ਕਾਲ ਜਿਹੜੀ ਹੈ ਡਿਸਕਨੈਕਟ ਹੋ ਗਈ ਹੈ। ਹਾਂਜੀ ਸ਼ਬਦੀਪ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਬਾਕੀ ਪੈਨਲਿਸਟ ਨੂੰ ਰਿਕੁਐਸਟ ਕਰਾਂਗਾ ਕਿ ਜਦੋਂ ਤੱਕ ਸ਼ਬਦੀਪ ਜੀ ਆਪਣੀ ਗੱਲ ਕੰਪਲੀਟ ਨਾ ਕਰਨ ਪਲੀਜ਼ ਉਹਨਾਂ ਨੂੰ ਟੋਕਣ ਨਾ ਜੀ। ਜੀ ਪਹਿਲੀ ਬੇਨਤੀ ਤੇ ਮੈਂ ਇਹੀ ਕਰਾਂਗਾ ਕਿ ਮੇਰੀ ਗੱਲ ਕੰਪਲੀਟ ਹੋਣ ਦਿੱਤੀ ਜਾਵੇ ਅਜੀਤ ਜੀ। ਔਰ ਮੈਂ ਰਿਕੁਐਸਟ ਕਰਤੀ ਹੈ ਜੀ। ਦੂਸਰੀ ਬੇਨਤੀ ਮੈਂ ਇਹ ਕਰਾਂਗਾ ਕਿ ਜਿਹੜੀ ਮੈਂ ਗੱਲ ਕਹਿ ਰਿਹਾ ਉਹਨੂੰ ਤੱਥਾਂ ਦੇ ਆਧਾਰ ਤੇ ਉੱਤੇ ਰੱਦ ਕੀਤਾ ਜਾਵੇ। ਮੈਨੂੰ ਕੋਈ ਇਸ ਗੱਲ 'ਚ ਦਿੱਕਤ ਨਹੀਂ। ਪਹਿਲੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਭਾਰਤ ਦੇ ਵਿੱਚ ਸਾਰੀਆਂ ਰਿਆਸਤਾਂ ਜਿਹੜੀਆਂ ਆਜ਼ਾਦੀ ਮਿਲਣ ਵੇਲੇ ਆਜ਼ਾਦ ਰਿਆਸਤਾਂ ਸਨ, ਉਹਨਾਂ ਸਾਰੀਆਂ ਕੋਲੇ ਇਹ ਅਧਿਕਾਰ ਸੀ ਕਿ ਉਹ ਜਾਂ ਤਾਂ ਭਾਰਤ ਵਿੱਚ ਰਹਿ ਸਕਦੇ ਨੇ, ਜਾਂ ਉਹ ਪਾਕਿਸਤਾਨ ਦੇ ਨਾਲ ਜਾ ਸਕਦੇ ਨੇ, ਜਾਂ ਜੇ ਉਹ ਚਾਹਣ ਤਾਂ ਉਹ ਆਜ਼ਾਦ ਰਹਿ ਸਕਦੇ ਨੇ। ਇਸ ਤਰ੍ਹਾਂ ਦੇ ਯਤਨ ਕੁਝ ਰਿਆਸਤਾਂ ਨੇ ਕੀਤੇ। ਰਿਆਸਤ ਜਿਹੜੀ ਆਂਧਰਾ ਪ੍ਰਦੇਸ਼, ਜਿਹਨੂੰ ਹੁਣ ਤੇਲੰਗਾਨਾ ਅਸੀਂ ਕਹਿ ਦਿੰਦੇ ਆ, ਇਸ ਰਿਆਸਤ ਦੇ ਨਵਾਬ ਨੇ ਵੀ ਕੋਸ਼ਿਸ਼ ਕੀਤੀ ਆਜ਼ਾਦ ਰਹਿ। ਸ਼ਬਦੀਪ ਜੀ ਦੀ ਮੇਰਾ ਖਿਆਲ ਹੈ, ਸ਼ਬਦੀਪ ਜੀ ਮੇਰਾ ਖਿਆਲ ਹੈ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਪਲੀਜ਼ ਉਹਨਾਂ ਨੂੰ ਦੁਬਾਰਾ ਰੀਕਨੈਕਟ ਕਰਨ, ਉਹਨਾਂ ਦਾ ਜਿਹੜੇ ਕਨੈਕਸ਼ਨ ਸ਼ਾਇਦ ਮਿਸ ਕਰ ਗਏ ਸੀ। ਅਜੀਤ ਜੀ, ਤੁਸੀਂ ਹੁਣੇ ਮਾਨ ਸਿੰਘ ਜੀ ਦੀ ਗੱਲ ਵੀ ਸੁਣੀ ਆ, ਸ਼ਬਦੀਪ ਜੀ ਦੀ ਗੱਲ ਵੀ ਸੁਣੀ ਆ। ਇਸ ਜਿਹੜਾ ਧਾਰਾ 370 ਵਾਲਾ ਆਇਆ ਔਰ ਇੰਡੀਆ ਦੇ ਨਾਲ ਕਿਹਾ ਜਾਂਦਾ ਕਿ ਇੰਡੀਆ ਦਾ ਜਿਹੜਾ ਅਟੁੱਟ ਅੰਗ ਆ ਜੰਮੂ ਕਸ਼ਮੀਰ, ਔਰ ਜਿਸ ਤਰੀਕੇ ਨਾਲ ਸ਼ਬਦੀਪ ਜੀ ਕਹਿ ਰਹੇ ਨੇ ਕਿ ਜੰਮੂ ਕਸ਼ਮੀਰ ਅਟੁੱਟ ਅੰਗ ਨਹੀਂ, ਇੱਕ ਤਰੀਕੇ ਨਾਲ ਇੱਕ ਸਮਝੌਤੇ ਦੇ ਅਧੀਨ ਭਾਰਤ ਦੇ ਨਾਲ ਜੁੜਿਆ ਸੀ ਉਹ ਆ ਕੇ। ਇਹਨਾਂ ਦੋਨਾਂ ਗੱਲਾਂ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ ਅਜੀਤ ਜੀ? ਦੇਖੋ, ਇਹ ਨਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਹੋਏ ਨੇ, ਉਹਨਾਂ ਦੀ ਜਿਹੜੀ ਜਾਤੀ ਤੌਰ ਤੇ ਉਹਨਾਂ ਦੀ ਜੇਨੀ ਕਮਜ਼ੋਰੀ ਸੀ, ਉਹਨੇ ਇਹਨਾਂ ਕਈ ਚੀਜ਼ਾਂ ਨੂੰ ਜਨਮ ਦਿੱਤਾ। ਪਹਿਲੀ ਤਾਂ ਗੱਲ ਇਹ ਹੈ ਕਿ ਜਦੋਂ ਉਹਨਾਂ ਨੇ ਰਾਜਾ ਹਰੀ ਸਿੰਘ ਨੇ ਇਹ ਕਿਹਾ ਤਾਂ ਉਹਨੂੰ ਸਵਾਲ ਤਾਂ ਪੁੱਛਦੇ ਕਿ ਤੁਸੀਂ ਸਾਡੇ ਕਿਹਾ ਕਿ ਅਸੀਂ ਆਜ਼ਾਦ ਰਹਿਣਾ ਚਾਹੁੰਦੇ ਆ, ਤਾਂ ਉਹਨਾਂ ਨੂੰ ਇਹ ਤਾਂ ਪੁੱਛਦੇ। ਹਾਲਾਂਕਿ ਉਹ ਪਰਿਵਾਰਕ ਤੌਰ ਤੇ ਵੀ ਉਹਨਾਂ ਦਾ ਬਹੁਤ ਚੰਗੇ ਰਿਲੇਸ਼ਨ ਸੀ ਨਹਿਰੂ ਪਰਿਵਾਰ ਦੇ ਤੇ ਰਾਜਾ ਹਰੀ ਸਿੰਘ ਦੇ ਪਰਿਵਾਰ ਦੇ, ਔਰ ਅੱਜ ਰਾਜਾ ਕਰਮ ਸਿੰਘ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ ਹੁਣ ਤੱਕ ਚੱਲੇ ਆਉਂਦੇ ਨੇ, ਉਹਨਾਂ ਵੱਲੋਂ MP ਨੇ ਰਾਜਾ ਕਰਮ ਸਿੰਘ ਜਿਹੜੇ ਹੈਗੇ ਨੇ ਕਾਂਗਰਸ ਪਾਰਟੀ ਵੱਲੋਂ। ਤਾਂ ਉਹਨਾਂ ਨੂੰ ਇਹ ਤਾਂ ਪੁੱਛਦੇ ਕਿ ਤੁਸੀਂ ਆਪਣੇ ਖਿੱਤੇ ਦੀ ਰਾਖੀ ਕਿਵੇਂ ਕਰੋਗੇ, ਕੱਲ ਨੂੰ ਤੁਸੀਂ ਸਾਡੇ ਨਾਲ ਲੱਗਦੇ ਹੋ, ਤੁਹਾਡੇ ਨਾਲ ਜਿਹੜੇ ਪ੍ਰੋਬਲਮਸ ਹੋਣਗੇ ਉਹ ਸਾਨੂੰ ਵੀ ਪ੍ਰੋਬਲਮ ਖੜੀਆਂ ਕਰ ਸਕਦੀਆਂ ਨੇ। ਤੁਸੀਂ ਆਜ਼ਾਦ ਰਹੋ, ਪਰ ਸਾਨੂੰ ਇਹ ਤਾਂ ਦੱਸੋ ਕਿ ਤੁਸੀਂ ਆਪਣੇ ਆਪ ਨੂੰ ਮੇਨਟੇਨ ਕਿਵੇਂ ਕਰੋਗੇ। ਨਹੀਂ, ਇੱਕ ਬਹੁਤ ਹੀ ਦਿੱਖ ਦਿਖਾਉਣ ਵਾਸਤੇ ਕਿ ਅਸੀਂ ਬਹੁਤ ਹੀ ਇਮਾਨਦਾਰ ਹਾਂ, ਬਹੁਤ ਹੀ ਸਹੀ ਬੰਦੇ ਆ, ਉਹ ਜਿਹੜੀਆਂ ਅਸਲੀ ਸਿਆਸਤ ਦੀਆਂ ਜ਼ਮੀਨੀ ਹਕੀਕਤਾਂ ਹੁੰਦੀਆਂ ਨੇ ਉਹਨਾਂ ਤੋਂ ਅੱਖਾਂ ਮੀਚੀਆਂ। ਤੇ ਜਦੋਂ ਹਾਲਾਂਕਿ ਜਦੋਂ ਸਿੱਖਾਂ ਦੇ ਨਾਲ ਜਿਹੜਾ ਵਰਤਦਾ ਸੀ ਉੱਥੇ ਬੜਾ ਬੇਈਮਾਨੀ ਭਰਿਆ ਵਰਤਾਅ ਕਰਨ ਨੂੰ ਤਿਆਰ ਹੋ ਗਏ ਉਹ। ਜਦੋਂ ਉਹਨਾਂ ਨੇ ਇਹ ਹਮਲਾ ਕਰ ਦਿੱਤਾ ਗਿਆ ਸੀ, ਔਰ ਅੱਜ ਤੱਕ ਇਹ ਔਨ ਰਿਕਾਰਡ ਹੈ ਔਰ ਕਿਤਾਬਾਂ 'ਚ ਵੀ ਲਿਖਿਆ ਹੋਇਆ ਕਿ ਉਸ ਵਕਤ ਦੇ ਜਨਰਲ ਸੀ, ਜਦ ਮੈਂ ਉਹਨਾਂ ਦਾ ਨਾਂ ਨਹੀਂ ਹੁਣ ਯਾਦ, ਉਹਨਾਂ ਨੇ ਕਿਹਾ ਸੀ ਕਿ ਅਸੀਂ ਸਾਨੂੰ 24 ਘੰਟੇ ਜਾਂ 48 ਘੰਟੇ ਦੇ ਦਿਓ, ਅਸੀਂ ਸਾਰਾ ਜਿਹੜਾ ਹੈਗਾ ਕਸ਼ਮੀਰ ਵਾਪਸ ਲੈ ਲਾਂਗੇ। ਔਰ ਉਹ ਕਸ਼ਮੀਰ ਵਾਪਸ ਜਿਹੜਾ ਹੈਗਾ ਰਾਜਾ ਹਰੀ ਸਿੰਘ ਵਾਸਤੇ ਲੈਣਾ ਸੀ, ਨਾ ਕਿ ਹਿੰਦੁਸਤਾਨ ਵਾਸਤੇ। ਜੇ ਉਹਨਾਂ ਨੇ ਬੁਲਾਇਆ ਸੀ ਤਾਂ ਇਹਦਾ ਮਤਲਬ ਇੱਕ ਲੌਜੀਕਲ ਸਪੋਰਟ ਦੇ ਰਹੇ ਸੀ, ਉਹ ਇੰਡੀਆ ਉਹਨਾਂ ਨੂੰ ਫੌਜੀ ਸਪੋਰਟ ਦੇ ਰਹੇ ਸੀ, ਪਰ ਉਹਨੂੰ ਵਿੱਚੋਂ ਛੱਡ ਕੇ ਇੱਕ ਦੁਨੀਆ ਦੇ ਲੀਡਰਾਂ ਦੇ ਵਿੱਚ UN ਬੈਠਣ ਵਾਸਤੇ ਉੱਥੇ ਮਸਲਾ ਲੈ ਗਏ। ਇਹ ਤਾਂ ਉਹਨਾਂ ਦੀ ਸਿਆਸੀ ਜਿਹੜੀ ਹੈਗੀ
ਭੁੱਲ ਕਹਿ ਲਓ, ਸਿਆਸੀ ਤੌਰ ਤੇ ਇੱਕ ਕਮਜ਼ੋਰੀ, ਆਪਣੇ ਜਾਤੀ ਤੌਰ ਤੇ ਆਪਣੀ ਸ਼ਖਸੀਅਤ ਨੂੰ ਵੱਡੇ ਪੱਧਰ ਤੇ ਲਿਜਾਣ ਦੀ ਜਿਹੜੀ ਇੱਕ ਉਹਨਾਂ ਦੀ ਹਵਸ ਸੀ, ਉਹਨਾਂ ਨੇ ਇਸ ਗੱਲ ਨੂੰ ਸਾਰੀ ਨੂੰ ਖੜੀ ਕਰ ਦਿੱਤਾ ਗਿਆ ਹੈ। ਸੋ ਇਹੋ ਜਿਹੇ ਸਥਿਤੀ ਦੇ ਵਿੱਚ ਜਿਹੜੀ ਧਾਰਾ 300 ਗੱਲ ਕਰਦੇ ਹੋ ਤੁਸੀਂ, ਧਾਰਾ 370 ਦੇ ਵਿੱਚ ਉਹਨਾਂ ਨੇ ਤਾਂ ਪਾਈ ਕਿ ਉਹਨਾਂ ਨੇ ਉਸ ਵਕਤ ਜ਼ਮੀਨੀ ਹਕੀਕਤ ਨੂੰ ਸਮਝਣ ਦੀ ਬਜਾਏ ਨਾ ਤਾਂ ਉਹਨਾਂ ਨੇ ਉਹਨੂੰ ਪੂਰੀ ਕਸ਼ਮੀਰ ਨੂੰ ਆਜ਼ਾਦ ਕਰਾਇਆ, ਨਾ ਹੀ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਸੰਭਾਲ ਨਹੀਂ ਸਕਦੇ ਹੈਗੇ ਤੁਹਾਨੂੰ ਇੱਜ਼ਤ ਮਾਣ ਜਿਹੜਾ ਵੀ ਦਿੰਦੇ, ਪਰ ਧਾਰਾ 370 ਉਹਨਾਂ ਨੇ ਗਲਤ ਕੀਤੀ, ਜਿਹੜੀ ਕਿ ਇੱਕ ਸਿਰਫ ਇਸ ਚੀਜ਼ ਦੀ ਉੱਪਰ ਸੀ ਕਿ ਅਸੀਂ ਇਹਨਾਂ ਦੀ ਆਜ਼ਾਦੀ ਨੂੰ ਮੰਨਦੇ ਹਾਂ, ਇਹਨਾਂ ਨੂੰ ਵੱਖਰੇ ਮੰਨਦੇ ਹਾਂ। ਸੋ ਉਹ ਵੱਖਰੇ ਤਾਂ ਮੰਨਿਆ ਉਹਨਾਂ ਨੇ, ਪਰ ਵੱਖਰੇ ਮੰਨਣ ਤੋਂ ਬਾਅਦ ਜ਼ਮੀਨੀ ਹਕੀਕਤਾਂ ਨੇ ਅੱਜ ਇਹ ਮੋੜ ਲਿਆ ਹੋਇਆ ਹੈ ਕਿ ਜੇ ਅੱਜ ਉਹਨਾਂ ਦੀ ਉਸ ਗੱਲ ਨੂੰ ਮੰਨ ਜਾਵੇ ਤਾਂ ਪਾਕਿਸਤਾਨ ਦਾ ਜਿਹੜੀ ਫੌਜ ਹੈ ਉਹ ਆ ਕੇ ਜਦੋਂ ਆਜ਼ਾਦੀ ਦਿੱਤੀ ਜਾਂਦੀ ਹੈ, ਉਹ ਕਿਸੇ ਤਰ੍ਹਾਂ ਅੱਜ ਵੀ ਜਿਹੜੀ ਹੈਗਾ ਇਹ ਖਿੱਤਾ ਆਪਣੀ ਆਜ਼ਾਦੀ ਨੂੰ ਨਹੀਂ ਰੱਖੇਗਾ। ਘਰਕਿਆਂ ਦੇ ਵਿੱਚ ਜਿਹੜੀ ਹੈਗੀ ਪਾਕਿਸਤਾਨੀ ਫੌਜ ਸਾਰੇ ਤੇ ਕਬਜ਼ਾ ਕਰ ਲਏਗੀ ਔਰ ਉਹ ਪਠਾਨਕੋਟ ਬਾਰਡਰ ਤੇ ਬੈਠੀ ਹੋਊਗੀ। क्या स्ट्रैटेजिकली तौर पे ਇਹ पॉसिबल है इंडिया वास्ते? सारा 370 ਦੀ ਤਾਂ ਗੱਲ ਕਰੀ ਜਾਂਦੇ ਆ ਕਈ ਲੋਕੀ, ਇਹ ਵੀ ਕਹੀ ਜਾਂਦੇ ਨੇ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ, ਪਰ ਇਹੋ ਭਾਵਨਾਵਾਂ ਦੇ ਖਿਆਲ ਰੱਖਦੇ ਅੱਜ ਤੱਕ ਮਾਵਾਂ ਦੇ ਪੁੱਤ ਹੈਗੇ ਪੰਡਤ ਜੀ ਦੀ ਜਿਹੜੀ ਹੈਗੀ ਦੂਰਅੰਦੇਸ਼ੀ ਨਾ ਹੋਣ ਕਰਕੇ ਮਰੀ ਜਾ ਰਹੇ ਨੇ ਕਿ ਅੱਜ ਇਹ ਲੋਕੀ ਭਾਵਨਾਵਾਂ ਦੇ ਆਧਾਰ ਦੇ ਉੱਤੇ ਹੋਰ ਲੋਕਾਂ ਦੇ ਘਾਣ ਹੋਣ ਦਾ ਰਸਤਾ ਖੋਲਣ ਦੀ ਗੱਲ ਕਰੀ ਜਾਂਦੇ ਨੇ ਧਾਰਾ 370 ਦੀ ਦਵਾਈ ਦੇ ਕੇ। ਉਹ ਉਹਨਾਂ ਦੀ ਕਮਜ਼ੋਰੀ ਸੀ ਧਾਰਾ 370 ਜਿਹੜੀ ਹੈਗੀ ਅਸਲੀਅਤ ਹੈ। ਸੋ ਇਹਨਾਂ ਗੱਲਾਂ ਤੋਂ ਛੱਡ ਕੇ ਅੱਜ ਦਾ ਦਿਨ, ਔਰ ਦੂਸਰੀ ਜੇ ਉਹ ਇਮਾਨਦਾਰ ਨੇ, ਪਹਿਲੀ ਤਾਂ ਗੱਲ ਇਹ ਕਿ ਹਿਊਰਿਟ ਕਾਨਫਰੰਸ ਆਜ਼ਾਦੀ ਦੀ ਨਹੀਂ ਮੰਗਦੀ, ਉਹ ਪਾਕਿਸਤਾਨ ਦਾ ਰਲੇਵਾ ਮੰਗਦੀ ਹੈ। ਤੇ ਜੇ ਉਹ ਸਹੀ ਕਹਿੰਦੇ ਨੇ ਕਿ ਕਸ਼ਮੀਰ ਦੇ ਲੋਕ, ਕਿੰਨੇ ਲੋਕਾਂ ਨੇ ਕਸ਼ਮੀਰ ਦੇ ਨੇ ਬਲੋਚਿਸਤਾਨ ਦੀ ਆਜ਼ਾਦੀ ਦੇ ਹੱਕ ਚ ਮਾਇਆ, ਨਹੀਂ ਤਾਂ ਇੱਕ ਰਾਹ ਦੇ ਜਿਹੜੇ ਬੰਦੀ ਹੋਣਗੇ ਉਹ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਚਲਾਉਂਦੇ ਨੇ। ਇਹਨਾਂ ਨੇ ਹਿੰਦੁਸਤਾਨ ਤੋਂ ਆਜ਼ਾਦੀ ਲੈਣੀ ਹੈ, ਉਹਨਾਂ ਨੇ ਪਾਕਿਸਤਾਨ ਤੋਂ ਲੈਣੀ ਹੈ, ਉਹਨਾਂ ਦੇ ਹੱਕ ਚ ਨਾਰਾ ਮਾਰਨ। ਕਿਉਂ ਨਹੀਂ ਮਾਰਦੇ? ਕਿਉਂਕਿ ਉਹਨਾਂ ਦੇ ਇਹ ਲੋਕ ਉਹਨਾਂ ਕੋਲ ਉਧਾਰ ਖਾ ਰਹੇ ਨੇ, ਉਹਨਾਂ ਦੇ ਪੇਡ ਵਰਕਰ ਬਣੇ ਹੋਏ ਨੇ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਨ ਵਾਲੇ ਲੋਕ। ਇਸ ਕਰਕੇ ਉਹ ਨਹੀਂ ਨਾਰਾ ਮਾਰ ਸਕਦੇ, ਆਪਣੇ ਆਕਾਵਾਂ ਨੂੰ ਜਿਹੜਾ ਹੈਗਾ ਉਹ ਨਾਰਾਜ਼ ਨਹੀਂ ਕਰ ਸਕਦੇ। ਇਹ ਅਸਲੀਅਤ ਹੈ ਇਸ ਚੀਜ਼ ਦੀ। ਜੀ ਅਜੀਤ ਜੀ, ਮੈਂ ਸ਼ਬਦੀਪ ਜੀ ਵੱਲ ਦੁਬਾਰਾ ਜਾਵਾਂਗਾ। ਸ਼ਬਦੀਪ ਜੀ, ਤੁਹਾਡੇ ਨਾਲ ਸਾਡੀ ਲਾਈਨ ਡਿਸਕਨੈਕਟ ਹੋ ਗਈ ਸੀ। ਮੈਂ ਚਾਹਾਂਗਾ ਕਿ ਤੁਸੀਂ ਜਿਹੜੀ ਆਪਣਾ ਪੱਖ ਰੱਖ ਰਹੇ ਸੀਗੇ ਉਹ ਜ਼ਰੂਰ ਰੱਖਿਓ ਜੀ। ਦੇਖੋ ਗੱਲ ਇਹ ਹੈ ਕਿ ਧਾਰਾ 370 ਜਿਹੜੀ ਗਲਤ ਹੈ ਕਿ ਠੀਕ ਹੈ, ਭਾਰਤ ਦੀ ਪਾਰਲੀਮੈਂਟ ਇਹਦੇ ਉੱਤੇ ਵਿਚਾਰ ਕਰ ਸਕਦੀ ਹੈ, ਇਸ ਨੂੰ ਖਤਮ ਵੀ ਕਰ ਸਕਦੀ ਹੈ, ਪਰ ਜਿੰਨੀ ਦੇਰ ਤੱਕ ਇਹ ਧਾਰਾ ਖਤਮ ਨਹੀਂ ਹੁੰਦੀ ਉਨੀ ਦੇਰ ਤੱਕ ਭਾਰਤ ਨੂੰ ਕੋਈ ਹੱਕ ਨਹੀਂ ਕਿ ਉਹ ਇਸ ਧਾਰਾ ਦੀ ਭਾਵਨਾ ਦੇ ਖਿਲਾਫ ਕੋਈ ਵੀ ਕੰਮ ਕਰੇ। ਮੇਰੀ ਬੇਨਤੀ ਇਹ ਹੈ ਕਿ ਭਾਰਤ ਨੇ ਨਹਿਰੂ ਸਾਹਿਬ ਤੋਂ ਲੈ ਕੇ ਮੋਦੀ ਤੱਕ ਇਸ ਧਾਰਾ ਦੇ ਖਿਲਾਫ ਹੀ ਕੰਮ ਕੀਤਾ। ਇਸ ਧਾਰਾ ਨੂੰ ਉਹਦੀ ਸਹੀ ਭਾਵਨਾ ਦੇ ਵਿੱਚ ਕਦੇ ਵੀ ਲਾਗੂ ਨਹੀਂ ਕੀਤਾ ਗਿਆ। ਜੇ ਉਸ ਧਾਰਾ ਨੂੰ ਉਹਦੀ ਭਾਵਨਾ ਦੇ ਵਿੱਚ ਲਾਗੂ ਕੀਤਾ ਜਾਂਦਾ ਤਾਂ ਪੰਡਿਤ ਜਵਾਹਰ ਲਾਲ ਨਹਿਰੂ, ਸ਼ੇਖ ਅਬਦੁੱਲਾ ਨੂੰ ਕਦੇ ਵੀ ਸਾਲਾਂ ਤੱਕ ਜੇਲ੍ਹ ਦੇ ਵਿੱਚ ਨਾ ਰੱਖਦੇ। ਜੇ ਧਾਰਾ ਦੇ ਉੱਤੇ ਇਹਦੇ ਮੁਤਾਬਕ ਯਤਨ ਕੀਤਾ ਜਾਂਦਾ ਤਾਂ ਸ਼ਾਇਦ ਅਸੀਂ ਇਹਨੂੰ ਜਿਵੇਂ ਅਟੁੱਟ ਅੰਗ ਹੋਣ ਦਾ ਪ੍ਰਚਾਰ ਕਰਦੇ, ਉਹ ਪ੍ਰਚਾਰ ਕਦੇ ਨਾ ਕੀਤਾ ਜਾਂਦਾ। ਮੈਂ ਆਪਣੀ ਪਹਿਲੀ ਗੱਲ ਦੇ ਉੱਤੇ ਹੋਣਾ, ਜਦੋਂ ਮੈਂ RSS ਦਾ ਨਾਂ ਲਿਆ ਸੀ, ਮੈਂ ਕੋਈ ਬਿਨਾਂ ਵਜ੍ਹਾ ਉਹਦਾ ਨਾਂ ਨਹੀਂ ਸੀ ਲਿਆ। ਭਾਰਤ ਜੰਮੂ ਦੇ ਨਾਲ ਜੰਮੂ ਕਸ਼ਮੀਰ ਦਾ ਇਲਹਾਕ ਧਾਰਾ 370 ਦੇ ਤਹਿਤ ਆ, ਔਰ ਉਹਨੂੰ ਧਾਰਾ 370 ਦੇ ਤਹਿਤ ਇਲਹਾਕ ਨੂੰ ਬਾਕੀ ਦੀਆਂ ਰਿਆਸਤਾਂ ਦੇ ਇਲਹਾਕ ਨਾਲੋਂ ਨਿਖੇੜ ਕੇ ਵੇਖਣਾ ਸੰਵਿਧਾਨਕ ਮਜਬੂਰੀ ਆ। ਕਿਸੇ ਦੀ ਇਹ ਇੱਛਾ ਦਾ ਸਵਾਲ ਨਹੀਂ ਆ, ਇਹ ਮੇਰੀ ਇੱਛਾ ਨਹੀਂ ਆ ਕਿ ਮੈਂ ਉਹਨੂੰ ਦੂਜੀਆਂ ਰਿਆਸਤਾਂ ਦੇ ਰਲੇਵੇਂ ਨਾਲੋਂ ਵੱਖਰੇ ਤੌਰ ਤੇ ਮੰਨਾਂ। ਇਹ ਭਾਰਤੀ ਸੰਵਿਧਾਨ ਮੈਨੂੰ ਆਗਿਆ ਦਿੰਦਾ ਕਿ ਮੈਂ ਕਹਾਂ ਕਿ ਜੰਮੂ ਕਸ਼ਮੀਰ ਉਸੇ ਤਰ੍ਹਾਂ ਭਾਰਤ ਦਾ ਅੰਗ ਨਹੀਂ ਆ ਜਿਵੇਂ ਜੀਂਦ ਦੀ ਰਿਆਸਤ ਭਾਰਤ ਦਾ ਅੰਗ ਬਣ ਗਈ, ਜਿਵੇਂ ਪਟਿਆਲੇ ਦੀ ਰਿਆਸਤ ਭਾਰਤ ਦਾ ਅੰਗ ਬਣ ਗਈ। ਇਸ ਕਰਕੇ ਇਹ ਮੈਨੂੰ ਕਹਿਣਾ ਪਵੇਗਾ ਭਾਰਤੀ ਸੰਵਿਧਾਨ ਦੇ ਤਹਿਤ ਕਿ ਇਹ ਇੱਕ ਅਲੱਗ ਤਰ੍ਹਾਂ ਦਾ ਇਲਹਾਕ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਇਹ ਇਲਹਾਕ ਹੋਇਆ ਉਸ ਤੋਂ ਤੁਰੰਤ ਬਾਅਦ RSS ਦੇ ਨਾਲ ਜੁੜੇ ਹੋਏ ਨੇਤਾ ਜਿਹੜੇ ਉਸ ਵੇਲੇ ਭਾਰਤ ਦੀ ਸਰਕਾਰ ਦੇ ਵਿੱਚ ਵੀ ਸ਼ਾਮਲ ਸਨ, ਮੈਨੂੰ ਮਾਨ ਸਿੰਘ ਜੀ ਉਹਨਾਂ ਦਾ ਨਾਂ ਯਾਦ ਕਰਵਾ ਦੇਣਗੇ, ਜਿਨ੍ਹਾਂ ਦੀ ਮੌਤ ਜੰਮੂ ਕਸ਼ਮੀਰ ਨੂੰ ਅਟੁੱਟ ਅੰਗ ਕਹਿੰਦੇ ਹੋਏ ਹੋਈ ਸੀ। ਮੇਰਾ ਖਿਆਲ ਹੈ ਉਹ ਮੈਨੂੰ ਜੇ ਨਾਂ ਯਾਦ ਕਰਵਾ ਦੇਣ ਤਾਂ ਉਹ ਬਹੁਤ ਮੈਂ ਉਹਨਾਂ ਦੀ ਧੰਨਵਾਦ ਕਰਾਂਗਾ। ਮੈਨੂੰ ਇੱਕਦਮ ਉਹਨਾਂ ਦਾ ਨਾਂ ਵਿਸਰ ਗਿਆ।
ਉਹਨਾਂ ਨੇ ਜਦੋਂ ਪਹਿਲੀ ਵਾਰ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਇਸ ਗੱਲ ਲਈ ਮੁਜ਼ਾਹਰੇ ਕੀਤੇ ਕਿ ਇਹ ਸਾਡਾ ਅਟੁੱਟ ਅੰਗ ਹੈ ਤੇ ਅਸੀਂ ਇਹਨੂੰ ਧਾਰਾ 370 ਦੇ ਤਹਿਤ ਜਿਹੜੇ ਮਿਲੇ ਹੋਏ ਆ ਅਧਿਕਾਰ ਉਹਨਾਂ ਮੁਤਾਬਕ ਡੀਲ ਇਹਨੂੰ ਨਹੀਂ ਕਰਾਂਗੇ, ਇਸ ਕਰਕੇ ਉਹਨਾਂ ਨੇ ਜਨਸੰਘ ਬਣਾਇਆ ਹੀ ਇਸ ਨੁਕਤੇ ਉੱਤੇ ਸੀ ਕਿ ਉਹ ਭਾਰਤ ਦੇ ਜੰਮੂ ਕਸ਼ਮੀਰ ਨਾਲ ਇਲਹਾਕ ਦੇ ਖਿਲਾਫ ਸਨ ਔਰ ਉਹਨਾਂ ਦੀ ਪਹਿਲੀ ਲੜਾਈ ਵੀ ਇਸੇ ਮੁੱਦੇ ਉੱਤੇ ਹੋਈ ਸੀ ਕਾਂਗਰਸ ਪਾਰਟੀ ਦੇ ਨਾਲ। ਅਦਰਵਾਈਜ਼ ਉਹ ਮੰਤਰੀ ਬਣੇ ਹੋਏ ਸਨ। ਜਦੋਂ ਮੰਤਰੀ ਬਣਨ ਵਾਲੇ ਲੋਕ ਜਿਹੜੇ ਉਹਦੇ ਚ ਸ਼ਾਮਲ ਸਨ ਉਹ RSS ਬਣਾ ਲੈਂਦੇ ਨੇ। ਜਦੋਂ ਭਾਰਤੀ ਜਨਤਾ ਪਾਰਟੀ ਜਿਹੜੀ ਕਿਸੇ ਵੇਲੇ ਜਨਸੰਘ ਹੋਇਆ ਕਰਦੀ ਸੀ ਜਨਤਾ ਪਾਰਟੀ ਨਾਲ ਇਲਹਾਕ ਕਰ ਲੈਂਦੀ ਹੈ ਤਾਂ ਦੋਹਰੀ ਮੈਂਬਰਸ਼ਿਪ ਦੇ ਸਵਾਲ ਦੇ ਉੱਤੇ ਭਾਰਤੀ ਜਨਤਾ ਪਾਰਟੀ ਸਥਾਪਿਤ ਕੀਤੀ ਜਾਂਦੀ ਆ, ਕਿਉਂਕਿ ਜਨਤਾ ਪਾਰਟੀ ਦੇ ਸੈਕੂਲਰ ਨੇਤਾ ਇਸ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਜਿਹੜੇ ਲੋਕ RSS ਤੇ ਜਨਤਾ ਪਾਰਟੀ ਦੋਨਾਂ ਦੀ ਮੈਂਬਰਸ਼ਿਪ ਰੱਖਣਾ ਚਾਹੁੰਦੇ ਨੇ ਉਹ ਗਲਤ ਹੈ ਤੇ ਵਾਜਪਾਈ ਸਾਹਿਬ ਨੇ ਅਡਵਾਨੀ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਇਸੇ ਬਣਾ ਦੇ ਉੱਤੇ ਬਣਾਈ ਸੀ ਕਿਉਂਕਿ ਉਹ RSS ਦੀ ਫਿਲਾਸਫੀ ਨੂੰ ਅੱਗੇ ਰੱਖਣਾ ਚਾਹੁੰਦੇ ਸਨ। ਆਖਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਨ੍ਹਾਂ ਉੱਤੇ ਥੋੜੀ ਦੇਰ ਪਹਿਲਾਂ ਸਾਡੇ ਇੱਕ ਕਾਲਰ ਨੇ ਇਲਜ਼ਾਮ ਲਾਇਆ ਕਿ ਉਹ ਆਪਣੀ 56 ਇੰਚ ਦੀ ਛਾਤੀ ਲੈ ਕੇ ਕੀ ਕਰ ਰਹੇ ਨੇ, ਉਹਨਾਂ ਨੇ 56 ਇੰਚ ਦੀ ਛਾਤੀ ਲੈ ਕੇ ਭਾਰਤ ਦੇ ਵਿੱਚ ਪਹਿਲੀ ਵਾਰ ਮੂਰਖਤਾ ਭਰਿਆ ਇੱਕ ਭਾਸ਼ਣ, ਮੈਂ ਸ਼ਬਦ ਬਹੁਤ ਸੋਚ ਸਮਝ ਕੇ ਵਰਤ ਰਿਹਾ, ਉਹਨਾਂ ਨੇ ਪਹਿਲੀ ਵਾਰ ਇੱਕ ਮੂਰਖਤਾ ਭਰਿਆ ਭਾਸ਼ਣ ਲਾਲ ਕਿਲੇ ਦੀ ਫਸੀਲ ਤੋਂ ਕੀਤਾ ਜਿਹਦੇ ਵਿੱਚ ਉਹਨਾਂ ਨੇ ਬਲੋਚਿਸਤਾਨ ਦੇ ਪਾਕਿਸਤਾਨੀ ਬਾਗੀਆਂ ਦੀ ਸਪੋਰਟ ਕੀਤੀ। ਤੁਸੀਂ ਬਲੋਚਿਸਤਾਨ ਦੇ ਪਾਕਿਸਤਾਨੀ ਬਾਗੀਆਂ ਦੀ ਸਪੋਰਟ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਸਾਜ਼ਿਸ਼ ਪਾਕਿਸਤਾਨ ਰਚ ਰਿਹਾ, ਜਿਹੜੀ ਸਾਜ਼ਿਸ਼ ਨੂੰ ਉਹ ਇੰਨੇ ਸਾਲਾਂ ਤੋਂ ਲਗਾਤਾਰ ਕੰਟੀਨਿਊ ਰੱਖ ਲਿਆ, ਤੁਸੀਂ ਉਸ ਸਾਜ਼ਿਸ਼ ਨੂੰ ਇੱਕ ਤਰ੍ਹਾਂ ਨਾਲ ਹੋਰ ਮਜ਼ਬੂਤ ਕਰਨ ਦਾ ਰੋਲ ਪਲੇ ਕਰ ਰਹੇ ਹੋ। ਜੇ ਭਾਰਤ ਦਾ ਪ੍ਰਧਾਨ ਮੰਤਰੀ ਕਹੇ ਕਿ ਬਲੋਚਿਸਤਾਨ ਦੇ ਲੋਕ ਉਹਨਾਂ ਦਾ ਬੜਾ ਆਦਰ ਕਰਦੇ ਨੇ ਤੇ ਉਹ ਇਹ ਆਦਰ 125 ਕਰੋੜ ਲੋਕਾਂ ਦੇ ਆਦਰ ਵਜੋਂ ਪੇਸ਼ ਕਰਨਾ ਚਾਹੁੰਦੇ ਨੇ ਲਾਲ ਕਿਲੇ ਦੀ ਫਸੀਲ ਤੋਂ, ਤਾਂ ਦੁਨੀਆ ਇਹ ਸਵਾਲ ਜ਼ਰੂਰ ਪੁੱਛੇਗੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਬਲੋਚਿਸਤਾਨ ਦੇ ਲੋਕ ਕਿਉਂ ਸਤਿਕਾਰ ਕਰਦੇ ਨੇ। ਕੀ ਭਾਰਤ ਬਲੋਚਿਸਤਾਨ ਨੂੰ ਸਪੋਰਟ ਕਰ ਰਿਹਾ? ਜੇ ਭਾਰਤ ਬਲੋਚਿਸਤਾਨ ਨੂੰ ਸਪੋਰਟ ਨਹੀਂ ਕਰ ਰਿਹਾ ਤਾਂ ਸੁਤੇ ਸਿੱਧ ਕਿਹੜਾ ਆਦਰ ਪੈਦਾ ਹੋ ਗਿਆ? ਮੇਰਾ ਖਿਆਲ ਸਾਨੂੰ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝਣਾ ਚਾਹੀਦਾ ਔਰ ਇਸੇ ਕਰਕੇ ਮੈਂ ਇਸ ਨੂੰ ਮੂਰਖਤਾ ਭਰਿਆ ਭਾਸ਼ਣ ਕਹਿਣਾ। ਉਹਨਾਂ ਦੇ ਬਾਕੀ ਭਾਸ਼ਣ ਬਿਲਕੁਲ ਸਰ ਸੁਖਬੀਰ ਜੀ ਮਾਫੀ ਚਾਹਨਾ ਦਿਲਰਾਜ ਜੀ ਮੈਂ ਤੁਹਾਡੇ ਵੱਲ ਆਉਣਾ। ਦਿਲਰਾਜ ਜੀ ਮੈਨੂੰ 1 ਮਿੰਟ ਦਿਓ, ਮੈਂ ਕਾਲਰ ਜ਼ਰੂਰ ਲੈਣਾ ਚਾਹਾਂਗਾ ਜੀ। ਹੈਲੋ, ਮੇਰੇ ਨਾਲ ਕਾਲਰ ਜੁੜ ਚੁੱਕੇ ਨੇ। ਹੈਲੋ ਹਾਂਜੀ ਕਵੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰ, ਆਪਣਾ ਨਾਮ ਦੱਸੋਗੇ ਜੀ? ਮੈਂ ਇੱਥੇ ਸ਼ੇਰ ਬੋਲਦਾ ਫਿਰ ਨਾ ਭਾਜੀ। ਹਾਂਜੀ ਹਾਂਜੀ ਸਰ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਤੇ? ਅਸੀਂ ਸਮਝਦੇ ਹਾਂ ਹਿੰਦੁਸਤਾਨ ਕੋਈ ਦੇਸ਼ ਹੈ ਜੀ ਜੀ ਨਾ, ਅਸੀਂ ਇਹ ਸਮਝਦੇ ਨਹੀਂ ਹਿੰਦੁਸਤਾਨ ਕੋਈ ਦੇਸ਼ ਹੈਗਾ। ਤੁਸੀਂ ਇਹ ਗੱਲ ਨਹੀਂ ਸਮਝਦੇ ਹਿੰਦੁਸਤਾਨ ਕੋਈ ਦੇਸ਼ ਹੈ? ਸਾਡੇ ਸਿੱਖਾਂ ਦੀ ਇੱਕ ਕੁੱਤੇ ਜਿਹੜੀ ਪੁੱਛ ਨਹੀਂ ਹੈ ਜੀ, ਇੱਕ ਕੁੱਤੇ ਜਿੰਨੀ। ਦੇਖੋ ਰੂਲ ਰੈਗੂਲੇਸ਼ਨ ਕੀ ਅੱਜ ਤੱਕ 17 ਸਾਲਾਂ 'ਚ ਕੀ ਹੋਇਆ ਹੁਣ ਤੱਕ? ਅਸੀਂ ਪਾਕਿਸਤਾਨ ਹੈ, ਸਾਡੇ ਕੋਲ 40 ਸਾਲ ਹੋ ਗਏ ਪਾਕਿਸਤਾਨੀ ਬੰਦੇ ਰਹੇ ਨੂੰ, ਕਦੇ ਅਸੀਂ ਉਹਨਾਂ ਦੇ ਮੂੰਹ ਤੇ ਅਤੇ ਕਦੇ ਅਸੀਂ ਫਰੈਂਡਸ਼ਿਪ ਨਾਲ ਰਹੇ ਹਾਂ। ਇੱਕ ਨਹੀਂ ਸਾਡੇ ਹਜ਼ਾਰਾਂ ਮਿੱਤਰ ਹੈ। ਇਹ ਪੋਲਿਟਿਕਸ ਚੱਲ ਰਹੀ ਹੈਗੀ ਹੈ ਜੋ ਕਰ ਰਹੇ ਹੈਗੇ ਹੈ, ਪਤਾ ਨਹੀਂ ਕੌਣ ਕਰ ਰਿਹਾ, ਮੋਦੀ ਕਰ ਰਿਹਾ ਜਾਂ ਹੋਰ ਕਰ ਰਿਹਾ। ਮੋਦੀ ਤੇ ਹੁਣ ਆਏ ਨੇ ਜੀ। ਇਹ ਜੰਮੂ ਕਸ਼ਮੀਰ ਦਾ ਮਸਲਾ ਤੇ ਉਦੋਂ ਦਾ ਹੀ ਚੱਲੀ ਜਾ ਰਿਹਾ। ਮਾਰੋ ਗੋਲੀ, ਅਸੀਂ ਸਾਡੀ ਕੁੱਤੇ ਦੀ ਨਹੀਂ ਪੁੱਛਣੀ, ਅਸੀਂ ਕਾਹਦੇ ਖਾਤਰ ਸਿਰ ਪਕਾਈਏ ਜੰਮੂ ਕਸ਼ਮੀਰ ਜੋ ਹੁੰਦਾ ਹੋ ਵੀ ਜਾਣਦੇ। ਸਾਡੀ ਜਦੋਂ ਆਪ ਹਰਿਆਣਾ 'ਚ ਰੌਲਾ ਪਿਆ ਇਸੇ ਕਰਕੇ ਸਰ ਤੁਹਾਡੀ ਇਸੇ ਕਰਕੇ ਮਾਫੀ ਚਾਹਨਾ, ਇਸੇ ਕਰਕੇ ਤੁਹਾਡੀ ਕੁੱਤੇ ਜਿੰਨੀ ਪੁੱਛ ਨਹੀਂ, ਤੁਸੀਂ ਕਹਿੰਦੇ ਹੋ ਜੋ ਹੁੰਦਾ ਹੋਈ ਜਾਵੇ। ਇਸੇ ਕਰਕੇ ਇਹੀ ਕਾਰਨ ਹੈ ਅੱਜ ਜੇ ਤੁਸੀਂ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਨਹੀਂ ਖੜੇ ਹੋਵੋਗੇ, ਤੁਸੀਂ ਸੈਨਾ ਨਾਲ ਖੜੇ ਨਹੀਂ ਹੋਗੇ ਕਿ ਕੱਲ ਨੂੰ ਤੁਹਾਡੇ ਨਾਲ ਕੌਣ ਖੜੇ ਹੋਏਗਾ? ਥੋੜਾ ਖਾਦਮਾ ਹੋਵੇ ਹਿੰਦੁਸਤਾਨ ਦਾ। ਇੱਕ ਮੇਰਾ ਖਿਆਲ ਸਿਲਾਈ ਲੱਗੇ, ਦਿੱਲੀ ਦੇ ਬੰਬ ਗਿਰਨ, ਬਾਕੀ ਦੂਜੇ ਪਾਸੇ ਗਿਰਨ। ਅਸੀਂ ਤਾਂ ਚਾਹੁੰਦੇ ਬੇੜਾ ਗਰਕ ਹੋਵੇ ਕਿਉਂਕਿ ਸਾਡੀ ਸਿੱਖਾਂ ਦੀ ਕੁੱਤੇ ਮੇਰੇ ਖਿਆਲ ਨਾਲ ਇਸ ਤਰੀਕੇ ਨਾਲ ਨਹੀਂ ਹੈ ਜੀ। ਜੇ ਤੁਸੀਂ ਦਿੱਲੀ ਤੇ ਬੰਬ ਸਿੱਟਦੇ ਹੋ ਉੱਥੇ, ਜਦੋਂ ਸਰ ਤੁਸੀਂ ਹਿਊਮਨ ਰਾਈਟ ਵਾਇਓਲੇਸ਼ਨ ਦੀ ਗੱਲ ਕਰਦੇ ਹੋ ਤੇ ਜਦੋਂ ਤੁਸੀਂ ਆਪਣਾ ਦਰਦ ਬਿਆਨ ਕਰਦੇ ਹੋ ਤਾਂ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਦੋਂ ਤੁਸੀਂ ਕੁਝ ਬੋਲ ਰਹੇ ਹੋ ਜਾਂ ਜਿਸ ਤਰੀਕੇ ਦਾ ਐਕਸ਼ਨ ਕਰਨ ਦੀ ਗੱਲ ਕਰਦੇ ਹੋ ਉਹਦੇ ਨਾਲ ਹੋਰ ਕਿੰਨੇ ਲੋਕਾਂ ਦਾ ਹਿਊਮਨ ਰਾਈਟਸ ਵਾਇਓਲੇਸ਼ਨ ਹੋਣਗੇ। ਮੇਰਾ ਕਹਿੰਦਾ ਐਟਮ ਬੰਬ ਗਿਰੇ, ਅਸੀਂ ਤਾਂ ਚਾਹੁੰਦੇ ਆ ਵੀ ਪਾਕਿਸਤਾਨ ਸਿੱਟੇ ਦਾ, ਪਰ ਤੁਹਾਡੇ ਚਾਹਣ ਜਾਂ ਨਾ ਚਾਹਣਾ ਸਰ ਨਹੀਂ ਹੋਣਾ ਜੀ। ਦੂਸਰੀ ਗੱਲ ਇਹ ਆ ਕਿ ਮੈਂ ਤਾਂ ਵਾਇਲੈਂਸ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ ਜੀ। ਚਾਹੇ ਆਪਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ, ਅਸੀਂ ਹਜ਼ਾਰਾਂ ਆਪਣਾ ਯੂਥ ਜਿਹੜਾ ਮਰਵਾਇਆ, ਅਸੀਂ ਜਵਾਨੀਆਂ ਜਿਹੜੀਆਂ ਪੰਜਾਬ ਦੀਆਂ ਅਸੀਂ ਜਿਹੜੀਆਂ ਸਾਡੀਆਂ ਉੱਥੇ ਜਿਹੜੀਆਂ ਹੈਗੀਆਂ ਘਾਣ ਕਰ ਦਿੱਤਾ ਗਿਆ, ਉਹੀ ਜੰਮੂ ਦੇ ਵਿੱਚ ਹੈ। ਸਾਨੂੰ
ਮੇਰਾ ਖਿਆਲ ਆ ਅਸੀਂ ਵਾਇਲੈਂਸ ਛੱਡ ਕੇ ਜਿਹੜੇ ਮੁੱਦੇ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਅਸੀਂ ਟੈਰਰਿਜ਼ਮ ਦੀ ਗੱਲ ਕਰ ਰਹੇ ਹਾਂ, ਅਸੀਂ ਵਾਇਲੈਂਸ ਦੀ ਗੱਲ ਕਰ ਰਹੇ ਹਾਂ, ਉਸ ਨੂੰ ਖਤਮ ਕਰਕੇ ਜੇ ਕਿਸੇ ਤਰੀਕੇ ਨਾਲ ਗੱਲ ਕਰਕੇ ਕਿਸੇ ਹੱਲ ਕਰਕੇ ਜਾਂ ਇਸ ਸ਼ਾਂਤੀ ਬਹਾਲ ਕੀਤੀ ਜਾਵੇ, ਮੇਰਾ ਖਿਆਲ ਬੈਟਰ ਹੋਵੇਗੀ। ਮੈਂ ਤੁਹਾਡੇ ਗੁੱਸੇ ਨੂੰ ਸਮਝ ਸਕਦਾ, ਮੈਂ ਤਕਲੀਫ ਨੂੰ ਸਮਝ ਸਕਦਾ, ਪਰ ਇਸ ਤਕਲੀਫ ਦੇ ਵਿੱਚ ਸ਼ਾਇਦ ਅਸੀਂ ਸ਼ਾਇਦ ਇਸ ਤਕਲੀਫ ਦੇ ਵਿੱਚ ਤੁਸੀਂ ਇਹ ਭੁੱਲ ਰਹੇ ਹੋ ਕਿ ਤੁਸੀਂ ਆਪਣੇ ਉੱਪਰ ਜਿਹੜੇ ਤੁਹਾਡੇ ਧੱਕਾ ਹੋਇਆ ਤੁਸੀਂ ਉਸ ਧੱਕੇ ਨੂੰ ਚਾਹੁੰਦੇ ਹੋ ਕਿ ਹੋਰਾਂ ਦੇ ਉੱਪਰ ਵੀ ਹੋਵੇ। ਇਸ ਤਰ੍ਹਾਂ ਨਹੀਂ ਹੁੰਦਾ ਜੀ। ਅਗਰ ਤੁਸੀਂ ਹਿਊਮਨ ਰਾਈਟ ਵਾਇਲੇਸ਼ਨ ਦੀ ਗੱਲ ਆਪਣੇ ਵਾਸਤੇ ਕਰਦੇ ਹੋ ਤਾਂ ਤੁਹਾਨੂੰ ਦੂਸਰੇ ਲੋਕਾਂ ਦੇ ਜਿਹੜੇ ਹੱਕ ਹੈਗੇ ਆ ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਹੈ, ਜਿਹੜੇ ਦੋਸ਼ੀ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਆਮ ਪਬਲਿਕ ਦੇ ਉੱਪਰ ਤੁਸੀਂ ਬੰਬ ਸਿੱਟ ਕੇ ਕਿਸੇ ਚੀਜ਼ ਦਾ ਹੱਲ ਨਹੀਂ ਕਰ ਸਕਦੇ ਜੀ। ਜੀ ਥੈਂਕ ਯੂ ਵੈਰੀ ਮਚ ਜੀ। ਦਿਲਰਾਜ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਸਰ ਕਹਿਣਾ ਤਾਂ ਕਈ ਕੁਝ ਚਾਹੁੰਦਾ ਸੀਗਾ, ਪਰ ਜਿਹੜੇ ਸਾਡੇ ਸਿਆਣੇ, ਬਹੁਤ ਸਿਆਣੇ ਸਤਿਕਾਰਯੋਗ ਕਾਲਰ ਆਏ ਸੀਗੇ, ਉਹਨਾਂ ਦੀ ਮੂਰਖਤਾ ਨੇ ਮੈਨੂੰ ਬੋਲਣ ਦੇ ਲਾਇਕ ਨਹੀਂ ਛੱਡਿਆ। ਚਲੋ ਕਮਿੰਗ ਟੂ ਦੀ ਪੁਆਇੰਟ, ਸਰਦੀਪ ਜੀ ਮੋਦੀ ਸਾਹਿਬ ਤੇ RSS ਤੇ ਭਾਂਡਾ ਫੋੜਦੇ ਪਏ ਨੇ। ਹੋਰ ਵੀ ਕਈ ਕੁਝ ਗੱਲਾਂ ਹੋਈਆਂ, 370 ਦਾ ਜ਼ਿਕਰ ਹੋਇਆ, ਸਾਰੇ ਪੈਨਲਿਸਟ ਨੇ ਕੀਤਾ। ਇਸ ਵੇਲੇ ਉਰੀ ਦੇ ਵਿੱਚ 8 ਸ਼ਹੀਦ ਹੋ ਗਏ ਸਾਡੇ ਸੈਨਾ ਦੇ ਜਵਾਨ, ਉਹਦੇ ਬਾਰੇ ਕਿਸੇ ਨੇ ਗੱਲ ਕੀਤੀ। ਇੱਕ ਸੈਨਾ ਦੇ ਜਵਾਨ ਮਦਨ ਗੋਪਾਲ, ਕੱਲ ਉਹਦੀ ਮਾਂ 80 ਸਾਲ ਦੀ, ਉਹਨੂੰ ਕੰਧੇ ਤੇ ਚੱਕ ਕੇ ਉਹਦੀ ਐਕਸੀਡੈਂਟ ਹੋਇਆ, ਉਹਦੇ ਬਾਰੇ ਕਿਸੇ ਨੇ ਗੱਲ ਕੀਤੀ। ਸਾਰੇ ਆਪਣੀਆਂ ਗੱਲਾਂ ਕਰਦੇ ਪਏ ਆ, ਸਾਰੇ ਪੋਲਿਟਿਕਸ ਕਰਦੇ ਪਏ ਆ, ਪਰ ਉੱਥੇ ਜਿਹੜੇ ਲੋਕ ਮਰਦੇ ਪਏ ਆ, ਚਾਹੇ ਉਹ ਆਮ ਲੋਕ ਹੋਣ, ਚਾਹੇ ਉਹ ਸੈਨਾ ਦੇ ਜਵਾਨ ਹੋਣ, ਜਿਹੜੇ ਟੈਰਰਿਸਟ ਦੇ ਹੱਥੋਂ ਮਰਦੇ ਪਏ। ਸਿਰਫ ਇੱਥੇ ਕਿਉਂ, ਮੈਂ ਕਹਾਂਗਾ ਜਿੱਥੇ ਵੀ ਟੈਰਰਿਸਟ ਐਕਟੀਵਿਟੀਆਂ ਹੁੰਦੀਆਂ ਵਾ, ਚਾਹੇ ਫਰਾਂਸ ਹੋਵੇ, ਚਾਹੇ 9/11 ਦਾ ਅਮਰੀਕਾ ਹਮਲਾ ਹੋਵੇ, ਉਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਖੜੇ ਹੋਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਹਿਊਮੈਨਿਟੀ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਵਾ। ਨਵਾਜ਼ ਸ਼ਰੀਫ ਸਾਹਿਬ ਦੀ ਆਪਾਂ ਗੱਲ ਕਰੀਏ, ਕੱਲ ਬੁਰਹਾਨ ਵਾਨੀ ਦੇ ਪ੍ਰਸੰਗ ਵਿੱਚ ਬਹੁਤ ਤਾਰੀਫ ਉਹਨਾਂ ਨੇ ਬੁਰਹਾਨ ਵਾਨੀ ਦੀ ਕੀਤੀ। ਬੁਰਹਾਨ ਵਾਨੀ ਨੂੰ ਐਜ਼ ਅ ਹੀਰੋ ਪੇਸ਼ ਕੀਤਾ। ਕੀ ਪ੍ਰੂਵ ਕਰਨਾ ਚਾਹੁੰਦੇ ਆ ਉਹ? ਪਾਕਿਸਤਾਨ ਦੇ ਯੂਥ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਹਰ ਬੰਦਾ ਅੱਜ ਦੀ ਡੇਟ ਵਿੱਚ ਬੰਦੂਕ ਚੱਕ ਲਵੇ? ਇਹ ਨਹੀਂ ਉਹਨਾਂ ਨੇ ਦੱਸਿਆ ਕਿ ਬੁਰਹਾਨ ਵਾਨੀ ਨੇ 2 ਪੁਲਿਸ ਵਾਲਿਆਂ ਨੂੰ ਮਾਰਿਆ ਸੀਗਾ, 2 ਪੁਲਿਸ ਵਾਲਿਆਂ ਨੂੰ ਸ਼ਹੀਦ ਕੀਤਾ ਸੀਗਾ। ਅੱਜ ਦਿਲ ਰੋਂਦਾ ਪਿਆ, ਜਿੱਦਾਂ ਦੇ ਸਾਡੇ ਕਾਲਰ ਹੈ, ਜਿੱਦਾਂ ਦੇ ਲੋਕਾਂ ਦੀ ਸੋਚ ਬਣ ਚੁੱਕੀ ਹੈ। ਉਹ ਸਾਰੀਆਂ ਗੱਲਾਂ ਸੁਣ ਕੇ ਸੱਚੀ ਕਹਾਂ ਕੋਈ ਵਰਡਸ ਹੀ ਨਹੀਂ ਹੈਗੇ ਮੇਰੇ ਕੋਲ ਕੁਲਵੀਰ ਜੀ। ਦਿਲਰਾਜ ਜੀ ਆਪਾਂ ਕਿਸੇ ਦੀ ਅਜੀਤ ਜੀ ਮੈਂ ਤੁਹਾਡੇ ਵੱਲ ਆਉਣਾ ਜੀ। ਦਿਲਰਾਜ ਜੀ ਆਪਾਂ ਜਦੋਂ ਕੋਈ ਕਾਲਰ ਸਾਨੂੰ ਕਾਲ ਕਰਦੇ ਆ, ਅਸੀਂ ਉਹਨਾਂ ਦੀ ਕਾਲ ਲੈਂਦੇ ਆ, ਜਾਂ ਸਾਡੇ ਪ੍ਰੋਗਰਾਮ ਦਾ ਫਾਰਮੈਟ ਇਦਾਂ ਦਾ ਕਿ ਸਾਨੂੰ ਕੋਈ ਵੀ ਕਾਲ ਕਰਕੇ ਆਪਣੀਆਂ ਭਾਵਨਾਵਾਂ ਜਾਂ ਆਪਣੀ ਰਾਏ ਜਿਹੜੀ ਰੱਖ ਸਕਦਾ ਸਾਡੇ ਵਿਸ਼ੇ ਦੇ ਉੱਤੇ। ਇਹ ਉਹਨਾਂ ਦੀ ਰਾਏ ਹੋ ਸਕਦੀ ਆ, ਉਹਨਾਂ ਦੀਆਂ ਕੁਝ ਭਾਵਨਾਤਮਕ ਗੱਲਾਂ ਹੋ ਸਕਦੀਆਂ, ਪਰ ਸਾਡਾ ਜਿਹੜਾ ਅਸੀਂ ਵਾਇਲੈਂਸ ਨੂੰ ਕਦੀ ਵੀ ਸਪੋਰਟ ਨਹੀਂ ਕਰਾਂਗੇ। ਮੈਂ ਆਪਣੇ ਕਾਲਰ ਨੂੰ ਫਿਰ ਕਹਿਣਾ ਚਾਹਾਂਗਾ ਕਿ ਅਗਰ ਉਹਨਾਂ ਦੀਆਂ ਭਾਵਨਾਵਾਂ ਇੰਨੀ ਬੁਰੀ ਤਰੀਕੇ ਨਾਲ ਹਰਟ ਹੈਗੀਆਂ ਨੇ, ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿਨ੍ਹਾਂ ਦੀਆਂ ਭਾਵਨਾਵਾਂ ਬਹੁਤ ਬੁਰੇ ਤਰੀਕੇ ਨਾਲ ਹਰਟ ਨੇ। ਸਿੱਖਾਂ ਦੇ ਵਿੱਚ ਬਹੁਤ ਲੋਕ ਨੇ ਜਿਹੜੇ ਭਾਰਤ ਤੋਂ ਬਹੁਤ ਦੁਖੀ ਵੀ ਨੇ, ਬਹੁਤ ਜ਼ਿਆਦਾ ਆਹਤ ਹੋ ਚੁੱਕੇ ਨੇ। ਹੱਲ ਜਿਹੜਾ ਹੈਗਾ ਅਲਟੀਮੇਟਲੀ ਇੱਕ ਨਾ ਇੱਕ ਦਿਨ ਜਾ ਕੇ ਗੱਲ ਕਰਕੇ ਹੀ ਨਿਕਲਣਾ। ਅਸੀਂ ਲੜ ਕੇ ਦੇਖ ਚੁੱਕੇ ਹਾਂ, ਖਾਸ ਕਰਕੇ ਪੰਜਾਬ ਦੇ ਵਿੱਚੋਂ ਅਸੀਂ ਲੜ ਕੇ ਦੇਖ ਚੁੱਕੇ ਹਾਂ ਕਿੰਨਾ ਅਸੀਂ ਆਪਣੀ ਜਵਾਨੀ ਦਾ, ਕਿੰਨਾ ਪੰਜਾਬ ਦਾ ਅਸੀਂ ਘਾਣ ਕਰਵਾਇਆ, ਔਰ ਉਹਦੇ ਸਿੱਟੇ ਜਿਹੜੇ ਹੈਗੇ ਆ ਅੱਜ ਤੱਕ ਅਸੀਂ ਜਿਹੜੇ ਪੰਜਾਬ ਦੇ ਵਿੱਚ ਭੁਗਤਦੇ ਪਏ ਆ ਕਿ ਸਾਨੂੰ ਬਾਰ-ਬਾਰ ਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਕਿਤੇ ਪਹਿਲਾਂ ਵਰਗੇ ਇਹ ਮੁੜ ਕੇ ਨਾ ਉੱਠ ਜਾਣ। ਸਾਨੂੰ ਨਸ਼ਾ ਦਿੱਤਾ ਜਾ ਰਿਹਾ, ਸਾਡੇ ਪੰਜਾਬ ਨੂੰ ਗਰੀਬ ਕੀਤਾ ਜਾ ਰਿਹਾ, ਪੰਜਾਬ ਦੀ ਕਿਸਾਨੀ ਨੂੰ ਬਹੁਤ ਕੁਝ। ਇਹ ਸਾਰੇ ਉਹਦੇ ਸਿੱਟੇ ਨੇ ਜੀ, ਉਸ ਵਾਇਲੈਂਸ ਦੇ ਸਿੱਟੇ ਨੇ ਜਿਹੜੇ ਅੱਜ ਵੀ ਭੁਗਤਦੇ ਪਏ ਆ ਜੀ। ਜੀ ਜਸਵਿੰਦਰ ਜੀ ਮੈਂ ਕਹਿਣਾ ਚਾਹੁੰਦਾ ਕੁਝ ਜੀ। ਹੈਲੋ ਹਾਂਜੀ ਆਪਣੇ ਕੁਲਵੰਤ ਸਿੰਘ ਜੀ, ਹਾਂਜੀ ਤੁਸੀਂ ਕਹਿ ਸਕਦੇ ਜੀ। ਜੀ ਹਾਂ, ਤੁਸੀਂ ਪੰਜਾਬ ਦੀ ਗੱਲ ਕੀਤੀ ਹੈ। ਪੰਜਾਬ ਦੇ ਵਿੱਚ ਜਿਹੜਾ ਮੰਨ ਲਓ ਮਾੜੇ ਹਾਲਾਤ ਰਹੇ ਹੈ, ਸਿੱਖ ਨੌਜਵਾਨ ਸ਼ਹੀਦ ਕੀਤੇ ਗਏ ਹੈ, ਉਹਨਾਂ ਪਰਿਵਾਰਾਂ ਦੀ ਅੱਜ ਤੱਕ ਜਿਹੜੇ ਤੁਸੀਂ ਜਿਹੜਾ ਉਹ ਸਿੱਟੇ ਅੱਜ ਤੱਕ ਭੁਗਤ ਰਹੇ ਉਹ ਪਰਿਵਾਰ, ਮੈਂ ਉਹਨਾਂ ਪਰਿਵਾਰਾਂ ਨੂੰ ਮਿਲਿਆ, ਉਹਨਾਂ ਪਰਿਵਾਰਾਂ ਦੇ ਘਰਾਂ 'ਚ ਗਿਆ, ਉਹਨਾਂ ਦੀਆਂ ਜ਼ਮੀਨਾਂ ਵਿਕ, ਜ਼ਿੰਦਗੀਆਂ ਤਬਾਹ ਹੋ ਗਈਆਂ। ਉਹਨਾਂ ਨੂੰ ਕਿਸੇ ਨੇ ਅੱਜ ਤੱਕ ਪੁੱਛਿਆ ਨਹੀਂ ਜਿਹੜੇ ਖਾਲਿਸਤਾਨ ਦੀ ਹਾਮੀ ਭਰਦੇ ਆ ਹੁਣ ਤੱਕ। ਮੈਂ ਕਾਲਰ ਨੂੰ ਸੁਣ ਕੇ ਰਿਹਾ ਸੀ, ਮੈਂ ਉਹਨਾਂ ਦੇ ਘਰਾਂ 'ਚ ਜਾ ਕੇ ਦੇਖਿਆ ਨੇ, ਤਕਲੀਫਾਂ ਦੇਖੀਆਂ ਨੇ। 2-2 ਫੁੱਟ ਤੇ ਜ਼ਮੀਨ ਵਿੱਚੀ ਉਹਨਾਂ ਲੋਕਾਂ ਦੀ, ਉਹਨਾਂ ਲੋਕਾਂ ਦੀਆਂ ਜਿਹੜੀਆਂ ਲੱਤਾਂ ਸੀ ਉਹ ਸਟੋਪ ਦੇ ਧਰਤੀ ਸੁੱਕੀਆਂ ਹੋਈਆਂ ਨੇ। ਮਤਲਬ ਸਟੋਰੀਆਂ ਛਾਪੀਆਂ ਨੇ, ਔਰ ਮੰਨ ਲਓ ਕਿਸੇ ਨੇ ਉਹਨਾਂ ਦੀ ਬਾਂਹ ਨਹੀਂ ਫੜੀ ਲੋਕਾਂ ਦੀ। ਬਿਲਕੁਲ ਮੈਂ ਕੁਲਵੰਤ ਜੀ ਤੁਹਾਡੇ ਨਾਲ ਸਹਿਮਤ ਹਾਂ। ਅਸੀਂ ਦਿੱਲੀ ਵਿਡੋ ਕਲੋਨੀ ਵਿੱਚ ਪਿੱਛੇ ਜਾ ਕੇ ਗੱਲਬਾਤ ਕੀਤੀ ਸੀ, ਸਾਨੂੰ ਉੱਥੋਂ ਬੜਾ ਸ਼ੌਕਿੰਗ ਇੱਕ ਜਿਹੜਾ ਟਰੁੱਥ ਸਾਹਮਣੇ ਆਇਆ ਸੀ ਚੱਕਦੇ ਟੀਵੀ ਨੂੰ, ਕਿ ਵਿਡੋ ਕਲੋਨੀ ਦੇ ਵਿੱਚ ਬਾਹਰੋਂ
ਨਾਰਥ ਅਮਰੀਕਾ ਦੀ ਅਸੀਂ ਗੱਲ ਕੀਤੀ ਸੀ, ਨਾਰਥ ਅਮਰੀਕਾ ਦੇ ਵਿੱਚੋਂ ਕਿਸੇ ਇੱਕ ਵੀ ਜਿਹੜਾ 1984 ਦਾ ਵਿਕਟਮ ਸੀ ਉਹਨੂੰ ਸਪੋਰਟ ਨਹੀਂ ਕੀਤਾ ਗਿਆ ਸੀ, ਉਹਦੀ ਕੋਈ ਮਾਲੀ ਤੌਰ ਤੇ ਮਦਦ ਨਹੀਂ ਕੀਤੀ ਗਈ ਸੀ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਪੰਜਾਬ ਦੇ ਵਿੱਚ ਵੀ ਜੋ ਸਿਆ ਉਹ ਪੰਜਾਬ ਨੇ ਸਿਆ, ਜਿਹੜੀਆਂ ਫੈਮਲੀਆਂ ਨੇ ਸਿਆ ਉਹ ਅੱਜ ਵੀ ਸਹਿ ਰਹੀਆਂ ਨੇ ਉੱਤੇ ਜੀ। ਗੱਲ ਕਰ ਦੂੰਗਾ, ਉਹਨਾਂ ਦੀ ਬਾਂਹ ਵੀ ਫੜੀ ਆ ਕਿਸੇ ਨੇ ਕਦੇ, ਜਿਨ੍ਹਾਂ ਨੇ ਸਾਰਾ ਪੁੱਤ ਮਰਵਾ ਲਏ, ਆਪਦੇ ਭਰਾ ਮਾਰੇ ਗਏ, ਆਪ ਮਾਰੇ ਗਏ, ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਦੇਈਆਂ, ਕਿਸੇ ਨੇ ਨਹੀਂ ਪੁੱਛਿਆ। ਜੀ ਅੱਜ ਤੱਕ ਉਹ ਬੱਚੇ ਮਰੋਂਦੇ ਆ ਖਾਲਿਸਤਾਨ ਦੇ ਨਾਮ ਜਿਹੜੇ ਮੰਗਦੇ ਸੀ ਖਾਲਿਸਤਾਨ। ਕੁਲਵੰਤ ਜੀ ਮੇਰੇ ਨਾਲ ਕਾਲਰ ਜੁੜ ਗਏ ਨੇ, ਆਪਾਂ ਕਾਲਰ ਲੈ ਲੈਣੇ, ਉਸ ਤੋਂ ਬਾਅਦ ਗੱਲਬਾਤ ਜਾਰੀ ਰੱਖਾਂ ਜੀ। ਫੋਨ ਨੰਬਰ ਹੈ ਜੀ ਲਾਸਟ 4 ਨੰਬਰ ਹੈਗੇ 0528। ਹੈਲੋ ਹੈਲੋ, ਹਾਂਜੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਰ, ਕਿੱਥੋਂ ਬੋਲ ਰਹੇ ਜੀ, ਆਪਣਾ ਕੀ ਨਾਮ ਹੈ ਜੀ? ਮੇਰਾ ਨਾਮ ਜਸ਼ਨਦੀਪ ਹੈ ਜੀ, ਕਰੰਟ ਤੋਂ ਬੋਲਦਾ ਬ੍ਰੈਂਪਟਨ ਤੋਂ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਤੇ ਤੁਸੀਂ ਜੀ? ਜੀ ਮੇਰਾ ਕੁਐਸਚਨ ਹੈ ਛੋਟਾ ਜਿਹਾ। ਹਾਂਜੀ ਜਦੋਂ ਵੀ ਆਪਣੇ ਕਸ਼ਮੀਰ ਦੇ ਵਿੱਚ ਹਮਲਾ ਹੁੰਦਾ, ਹੁਣੇ ਉਰੀ ਦੇ ਵਿੱਚ ਹਮਲਾ ਹੋਇਆ ਇੱਕ ਜੀ, ਉਹਦੇ ਵਿੱਚ ਜਿਹੜੇ ਵੀ ਅੱਤਵਾਦੀ ਜਾਂ ਜੋ ਵੀ ਸੋਲਜਰ ਮਰੇ ਨੇ ਪਾਕਿਸਤਾਨ ਦੇ, ਇਹ ਇੰਨੀ ਛੇਤੀ ਕਿਵੇਂ ਜੱਜਮੈਂਟ ਕਰ ਲੈਂਦੇ ਨੇ ਕਿ ਉਹ ਸੋਲਜਰ ਜਿਹੜੇ ਸਿਪਾਹੀ ਮਰੇ ਨੇ ਉਹ ਪਾਕਿਸਤਾਨ ਦੇ ਹੀ ਨੇ? ਇੰਡੀਅਨ ਗਵਰਨਮੈਂਟ ਕੋਲੇ ਕੋਈ ਵੀ ਬੰਦਾ ਕਸ਼ਮੀਰ ਦਾ ਰਹਿੰਦਾ ਹੋਇਆ ਉਹ ਜਿਹੜੇ ਆਪਣੀ ਆਇਡੈਂਟੀ ਕਾਰਡ ਪਾਕਿਸਤਾਨ ਦੇ ਬਣਾ ਕੇ ਆਪਣੀ ਜੇਬ 'ਚ ਪਾ ਸਕਦਾ, ਇਹ ਕਿਵੇਂ ਜੱਜ ਕਰ ਸਕਦੇ ਨੇ ਕਿ ਇਹੀ BJP ਜਾਂ ਜਿਹੜੇ ਵੀ ਉੱਥੇ ਦੀ ਕਾਮਨ ਫਰੰਟ ਆ ਉਹਦੇ ਬੰਦੇ ਨਹੀਂ ਹੈ, ਇਹ ਪਾਕਿਸਤਾਨ ਦੇ ਬੰਦੇ ਹੀ ਨੇ? ਇਸ ਨੂੰ ਥੋੜਾ ਜਿਹਾ ਪੋਲੀਟੀਕਲੀ ਥੋੜਾ ਜਿਹਾ ਇਸ ਬਾਰੇ ਵਿਚਾਰ ਤਾਂ ਮੈਂ ਜੀ ਬਿਲਕੁਲ ਬਿਲਕੁਲ ਸਰ ਮੈਂ ਤਾਂ ਜਵਾਬ ਦਿੰਦਾ। ਆਪਾਂ ਜੇ ਸਾਰੇ ਜਿੰਨੇ ਵੀ ਹਮਲੇ ਹੋਏ ਉਹਨੂੰ ਛੱਡ ਦਈਏ, ਆਪਾਂ ਸਿਰਫ ਇੱਕ ਮੁੰਬਈ ਦਾ ਅਟੈਕ ਲੈ ਲਈਏ, ਇੱਕ ਜਿੰਦਾ ਦਿਲਰਾਜ ਜੀ ਮੈਂ ਤੁਹਾਡੇ ਨਾਲ ਇੱਥੇ ਸਹਿਮਤ ਨਹੀਂ ਕਰਾਂਗਾ। ਤੁਸੀਂ ਜਵਾਬ ਦੇਣਾ ਚਾਹੁੰਦੇ ਪਰ ਪਲੀਜ਼ ਇੱਕ ਅਟੈਕ ਨੂੰ ਬਾਕੀਆਂ ਦੇ ਨਾਲ ਨਾ ਜੋੜਿਓ। ਜਿਹੜੀ ਸਾਡੇ ਕਾਲਰ ਦੀ ਗੱਲ ਹੈਗੀ ਆ ਉਹਦੇ ਉੱਪਰ ਵਿਚਾਰ ਇਹ ਕਰਨੀ ਬਣਦੀ ਆ ਕਿ ਕੀ ਅਸੀਂ ਪਹਿਲਾਂ ਤੱਥਾਂ ਦੇ ਉੱਪਰ ਜਾਂਦੇ ਆ, ਉਸ ਤੋਂ ਬਾਅਦ ਪਾਕਿਸਤਾਨ ਤੇ ਇਲਜ਼ਾਮ ਲਗਾਉਂਦੇ ਆ, ਜਾਂ ਅਸੀਂ ਜਿਸ ਤਰੀਕੇ ਨਵਾਜ਼ ਸ਼ਰੀਫ ਨੇ ਕਿਹਾ ਕਿ ਅਸੀਂ ਪਹਿਲਾਂ ਪਾਕਿਸਤਾਨ ਤੇ ਇਲਜ਼ਾਮ ਲਗਾਉਂਦੇ ਆ ਫਿਰ ਤੱਥ ਲੱਭਣ ਦੀ ਕੋਸ਼ਿਸ਼ ਕਰਦੇ ਆ, ਜੋ ਸਾਡੇ ਨਾਲ ਪਠਾਨਕੋਟ ਹਮਲੇ ਵੇਲੇ ਵੀ ਹੋਇਆ। ਸਰ ਇਹਦੇ ਵਿੱਚ ਕਾਰਨ ਇਹ ਹੈ ਕੁਲਵੀਰ ਜੀ ਕਿ ਉਹ ਇਦਾਂ ਨਹੀਂ ਕਹਿੰਦੇ। ਇੱਕ ਤਾਂ ਠੀਕ ਹੈ, ਪਰਸੈਪਸ਼ਨ ਹੈ ਕਿ ਉਹਨਾਂ ਨੂੰ ਪਾਕਿਸਤਾਨ ਜਿਹੜਾ ਹੈਗਾ ਉਹ ਫੋਸਟਰ ਕਰ ਰਿਹਾ ਹੈ ਔਰ ਉਹ ਪਾਕਿਸਤਾਨੀ ਹੋ ਸਕਦੇ ਨੇ ਕਿਉਂਕਿ ਪਾਕਿਸਤਾਨੀ ਬੰਦੇ ਫੜੇ ਵੀ ਗਏ ਨੇ ਉਹਨਾਂ ਦੇ ਵਿੱਚੋਂ। ਇਹ ਪੁਰਾਣੀ ਗੱਲ ਬੰਬੇ ਦੀ ਨਹੀਂ ਕਰਦੇ, ਇੱਥੇ ਵੀ ਮੇਰੇ ਨਾਂ ਨਹੀਂ ਯਾਦ ਆਉਂਦਾ ਹੈਗਾ ਸਕਿਲ ਜਿਹੜਾ ਬੰਦਾ ਜਿੰਦਾ ਜਿਹੜਾ ਪਾਕਿਸਤਾਨੀ ਉਹਨਾਂ ਨੇ ਫੜਿਆ ਔਰ ਉਹ ਡਿਨਾਈ ਕਰ ਰਹੇ ਨੇ। ਔਰ ਦੂਸਰੀ ਗੱਲ ਜਿਹੜਾ ਉਹਨਾਂ ਦੇ ਕੋਲ ਸਮਾਨ ਮਿਲਦਾ, ਜਿਹੜੇ ਉਹਨਾਂ ਕੋਲ ਖਾਣ ਦੀਆਂ ਚੀਜ਼ਾਂ ਮਿਲਦੀਆਂ ਨੇ, ਉਹ ਚੀਜ਼ਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੀ ਕਿਸਮ ਨੂੰ, ਕਿਉਂਕਿ ਇਹ ਇੰਟੈਲੀਜੈਂਸ ਨੂੰ ਪਤਾ ਹੁੰਦਾ ਕਿ ਕਿਹੜੇ ਦੂਸਰੇ ਮੁਲਕ ਤੋਂ ਖਰੀਦੇ ਹੋਏ ਜਾਂ ਬਣਾਏ ਹੋਏ ਹਥਿਆਰ ਨੇ, ਉਹਨਾਂ ਦੇ ਜਿਹੜੇ ਲੇਬਲ ਹੁੰਦੇ ਨੇ, ਉਹਨਾਂ ਦੀ ਮੇਕ ਹੁੰਦੀ ਆ, ਉਹਨਾਂ ਤੋਂ ਇਹ ਚੀਜ਼ਾਂ ਆਇਡੈਂਟੀਫਾਈ ਹੋ ਜਾਂਦੀਆਂ ਨੇ। ਸੋ ਮੇਰੇ ਖਿਆਲ ਨਾਲ ਉਹਦੇ ਤੋਂ ਮੇਰੇ ਖਿਆਲ ਨਾਲ ਉਹਦੇ ਤੋਂ ਵੀ ਅਜੀਤ ਜੀ ਮੇਰੇ ਖਿਆਲ ਨਾਲ ਉਹਦੇ ਤੋਂ ਵੀ ਉੱਤੇ ਅੱਜ ਪਾਕਿਸਤਾਨ ਟੈਰਰਿਜ਼ਮ ਦਾ ਗੜ ਬਣ ਚੁੱਕਿਆ ਵਾ। ਅਮਰੀਕਾ ਤੱਕ ਪਾਕਿਸਤਾਨ ਨੂੰ ਟੈਰਰਿਜ਼ਮ ਦਾ ਗੜ ਦੱਸ ਚੁੱਕਿਆ। ਕਈ ਉੱਥੇ ਟੈਰਰਿਸਟ ਕੈਂਪ ਚੱਲਦੇ ਪਏ ਆ, ਚਾਹੇ POK ਹੋਵੇ ਚਾਹੇ ਹੋਰ ਪਾਕਿਸਤਾਨ ਦੇ ਏਰੀਏ ਹੋਣ। ਉਸਾਮਾ ਬਿਨ ਲਾਦਨ ਦੁਨੀਆ ਦਾ ਖੁੰਖਾਰ ਅੱਤਵਾਦੀ ਉੱਥੋਂ ਫੜਿਆ ਜਾਂਦਾ ਵਾ। ਹਾਫਿਜ਼ ਸਈਦ ਜਿਹੜਾ ਇੰਡੀਆ ਦਾ ਮੋਸਟ ਵਾਂਟਿਡ ਆ ਉੱਤੇ ਖੁੱਲ੍ਹੇਆਮ ਰੈਲੀਆਂ ਕਰਦਾ ਵਾ। ਦਾਊਦ ਡੀ ਕੰਪਨੀ ਵਾਲਾ ਜਿਹੜਾ ਦਾਊਦ ਇਬਰਾਹਿਮ ਹੈਗਾ ਵਾ ਉਹ ਉੱਥੇ ਹੈਗਾ ਵਾ। ਹਰ ਵੱਡਾ ਤੋਂ ਵੱਡਾ ਅੱਤਵਾਦੀ ਤੋਂ ਲੈ ਕੇ ਛੋਟਾ ਅੱਤਵਾਦੀ ਤੱਕ ਅੱਜ ਦੀ ਡੇਟ ਵਿੱਚ ਪਾਕਿਸਤਾਨ ਤੇ ਆ। ਮੈਨੂੰ ਨਹੀਂ ਲੱਗਦਾ ਕਿ ਇੰਡੀਅਨ ਗਵਰਨਮੈਂਟ ਜੋ ਵੀ ਕਹਿੰਦੀ ਪਈ ਉਹਦੇ ਵਿੱਚ ਕੁਛ ਗਲਤ ਹੈਗਾ ਵਾ। ਅੱਜ ਪੂਰੀ ਦੁਨੀਆ ਇੰਡੀਅਨ ਗਵਰਨਮੈਂਟ ਦੀ ਭਾਸ਼ਾ ਬੋਲਦੀ ਪਈ ਆ, ਇੱਥੋਂ ਤੱਕ ਕਿ ਪਾਕਿਸਤਾਨ ਦਾ ਜਿਹੜਾ ਦੋਸਤ ਚਾਈਨਾ ਸੀਗਾ, ਚਾਈਨਾ ਨੇ ਵੀ ਉਰੀ ਹਮਲੇ ਦੀ ਨਿੰਦਾ ਕੀਤੀ ਹੈ ਤੇ ਪਾਕਿਸਤਾਨ ਨੂੰ ਕਿਤੇ ਨਾ ਕਿਤੇ ਥੋੜਾ ਜਿਹਾ ਕੌਸ਼ਨ ਵਰਤਣ ਨੂੰ ਕਿਹਾ ਗਿਆ ਵਾ। ਪੂਰੀ ਦੁਨੀਆ ਕਹਿੰਦੀ ਪਈ ਹੈ ਕਿ ਪਾਕਿਸਤਾਨ ਅੱਤਵਾਦੀ ਦਾ ਗੜ ਬਣ ਚੁੱਕਾ ਤੇ ਅਸੀਂ ਇਹ ਕੁਐਸਚਨ ਕਰਦੇ ਪਏ ਹਾਂ ਕਿ ਇੰਡੀਆ ਕਿਉਂ ਇਲਜ਼ਾਮ ਲਾਉਂਦਾ। ਮੈਂ ਚਾਹੁੰਦਾ ਕਿ ਅਜੀਤ ਜੀ ਆਪਾਂ ਗੱਲ ਥੋੜੀ ਅੱਗੇ ਲੈ ਕੇ ਚੱਲਦੇ ਹਾਂ ਜੀ, ਗੱਲ ਥੋੜੀ ਅੱਗੇ ਲੈ ਕੇ ਚੱਲਦੇ ਹਾਂ। ਮੈਂ ਛੋਟੀ ਜਿਹੀ ਗੱਲ ਇੱਥੇ ਜੋੜਨੀ ਚਾਹਾਂਗਾ ਜੇ ਤੁਸੀਂ ਮੈਨੂੰ ਮੌਕਾ ਦਿਓ। ਛੋਟੀ ਜਿਹੀ ਗੱਲ ਮੈਂ ਚਾਹਾਂਗਾ ਕਿ ਮੈਨੂੰ ਗੱਲ ਕਰਨ ਦਿੱਤੀ ਜਾਵੇ। ਮੈਂ ਉਹੀ ਗੱਲ ਤੇ ਗੱਲ ਕਰਨੀ ਚਾਹੁੰਦਾ ਜਿਹੜੀ ਇਹਨਾਂ ਨੇ ਕੀਤੀ ਹੈ। ਦੇਖੋ ਇਹਨਾਂ ਨੇ ਬੜੇ ਹੌਸਲੇ ਦੇ ਨਾਲ ਬੜੇ ਹੀ ਨਪੇਤਲੇ ਲਫ਼ਜ਼ਾਂ ਚ ਮੂਰਖਤਾ ਭਰਾ ਜਿਹੜਾ ਹੈਗਾ ਉਹਨੂੰ ਮਿਸਟਰ ਮੋਦੀ ਦੇ ਜਿਹੜੇ ਬਿਆਨ ਨੂੰ ਉਹਨਾਂ ਨੇ ਬਲੋਚਿਸਤਾਨ ਦੇ ਹੱਕ ਚ ਦਿੱਤਾ, ਬੜਾ ਮੂਰਖਤਾ ਭਰਿਆ ਕਿਹਾ ਹੈ। ਪਰ ਮੈਂ ਇਹ ਸੋਚਦਾ ਕਿ ਜੇ ਆਪਾਂ ਪੂਰੀ ਸਮਝ ਤੋਂ ਬਿਨਾਂ ਬਿਲਕੁਲ ਜਿਹਨੂੰ ਕਹਿੰਦੇ ਡੋਮੈਸਟਿਕ ਗੈਲਰੀ ਵਾਸਤੇ ਹੀ ਗੱਲ ਕਰਾਂਗੇ, ਇਹ ਜਾਣਦੇ ਹੋਏ ਵੀ ਕਿਉਂਕਿ ਮੈਂ ਨਹੀਂ ਸਮਝਦਾ ਕਿ ਸੁਰਜੀਤ ਜੀ ਵਰਗਾ ਸਿਆਣਾ ਬੰਦਾ ਇੰਟਰਨੈਸ਼ਨਲ ਪੋਲਿਟਿਕਸ ਨੂੰ ਨਹੀਂ ਸਮਝਦਾ ਹੈਗਾ ਕਿ ਦੇਖੋ ਜੇ ਉੱਥੇ ਅੱਜ ਬਲੋਚਿਸਤਾਨ ਦਾ ਮੁੱਦਾ ਚੁੱਕਿਆ ਗਿਆ ਹੈ ਉਹ ਇਹ ਹੈ ਕਾਊਂਟਰ ਕਰਨ ਵਾਸਤੇ। ਔਰ ਕਾਊਂਟਰ ਕਿਹਨੂੰ ਕੀਤਾ ਜਾ ਸਕਦਾ? ਉੱਥੇ ਇਕੱਲੇ ਪਾਕਿਸਤਾਨ ਨੂੰ ਕਾਊਂਟਰ ਨਹੀਂ ਕੀਤਾ ਜਾ ਰਿਹਾ ਹੈਗਾ,
ਉੱਥੇ ਕਿਸੇ ਹੋਰ ਮੁਲਕ ਦੇ ਵੀ ਜਿਹੜੇ ਹੈਗੇ ਉਹ ਇੰਟਰਸਟ ਬਣ ਗਏ ਨੇ। ਉਹਨਾਂ ਨੂੰ ਕਾਊਂਟਰ ਕੀਤੇ ਤੋਂ ਬਿਨਾਂ ਗਵਾਦਰ ਦੀ ਬੰਦਰਗਾਹ ਦੇ ਮਸਲੇ ਨੂੰ ਛੇੜੇ ਤੋਂ ਬਿਨਾਂ ਉਹ ਮੁਲਕ ਜਿਹੜੇ ਪਿੱਛੇ ਖੜ ਕੇ ਤਮਾਸ਼ਾ ਵੇਖ ਰਹੇ ਨੇ ਹਿੰਦੁਸਤਾਨ ਦੇ ਬੰਦੇ ਮਰਦਿਆਂ ਦਾ, ਉਹਨਾਂ ਨੂੰ ਨਹੀਂ ਝੰਜੋੜਿਆ ਜਾ ਸਕਦਾ ਕਿ ਤੁਹਾਨੂੰ ਵੀ ਸੇਕ ਆਏਗਾ ਇਹਨਾਂ ਗੱਲਾਂ ਦਾ। ਇਹ ਇੰਟਰਨੈਸ਼ਨਲ ਪੋਲਿਟਿਕਸ ਦਾ ਹਿੱਸਾ ਹੈ, ਇਕੱਲੀ ਡੋਮੈਸਟਿਕ ਪੋਲਿਟਿਕਸ ਦਾ ਹਿੱਸਾ ਨਹੀਂ। ਔਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਆਪਣੇ ਵਿਰੋਧੀਆਂ ਨੂੰ ਸੇਕ ਪਹੁੰਚਾਏ ਬਿਨਾਂ ਇਹ ਮਸਲੇ ਹੱਲ ਨਹੀਂ ਹੁੰਦੇ ਹੈਗੇ। ਅਜੀਤ ਜੀ, ਮੈਂ ਤੁਹਾਡਾ ਪੁਆਇੰਟ ਨੋਟ ਕਰ ਰਿਹਾ। ਅਜੀਤ ਜੀ, ਮੈਂ ਤੁਹਾਡਾ ਪੁਆਇੰਟ ਨੋਟ ਕਰ ਰਿਹਾ। ਮੈਂ ਇੱਥੇ ਗੱਲ ਲੈ ਕੇ ਆਵਾਂਗਾ। ਮੈਂ ਇਸੇ ਗੱਲ ਤੇ ਕਰਕੇ ਇੱਕ ਨਾਲ ਹੀ ਗੱਲ ਹੋਰ ਹੈ, ਉਹ ਮੂਰਖਤਾ ਭਰਿਆ ਫੈਸਲਾ ਹੈ ਜਾਂ ਨਹੀਂ ਹੈ, ਇਹਦੇ ਡਿਬੇਟ ਕੀਤਾ ਜਾ ਸਕਦਾ ਹੈ। ਪਰ ਮੈਨੂੰ ਇਹ ਦੱਸੋ 60-65 ਸਾਲ ਜਿਹੜੀ ਇੱਕ ਦੂਜੀ ਪਾਰਟੀ ਹਿੰਦੁਸਤਾਨ ਦੀ ਅੰਦਰ ਬੈਠੇ ਅਜੀਤ ਜੀ ਪਲੀਜ਼ ਮੈਨੂੰ, ਮੈਂ ਨਹੀਂ ਚਾਹੁੰਦਾ, ਮੈਂ ਨਹੀਂ ਗੱਲ ਕਰਨ ਦਾ, ਮੈਂ ਗੱਲ ਕਰਾਂਗਾ। ਮੈਨੂੰ ਇਹ ਦੱਸੋ ਕਿ ਹੁਣ ਤੱਕ ਦੀ ਸਰਕਾਰ ਜਿਹੜਾ ਮਕਾਰੀ ਭਰਿਆ ਜਿਹੜਾ ਵਰਤਾਅ ਸੀ ਉਹਦੇ ਬਾਰੇ ਕੀ ਕਿਹਾ ਜਾਊਗਾ? ਮਕਾਰੀ ਭਰਿਆ ਵਰਤਾਓ ਪਿਛਲੀਆਂ ਸਰਕਾਰਾਂ ਦਾ ਹੋਵੇ ਜਾਂ ਇਸ ਵਾਰੀ ਦਾ ਹੋਵੇ, ਜਾਂ ਇਸ ਵਾਰੀ ਵੀ ਜਿਹੜੀ ਮੌਜੂਦਾ ਸਰਕਾਰ ਆ ਉਹਨੇ ਕੀ ਐਕਸ਼ਨ ਲੈ ਲਿਆ? ਅਜੇ ਤੱਕ ਕੋਈ ਐਕਸ਼ਨ ਨਹੀਂ ਲਿਆ। ਜਦੋਂ ਐਕਸ਼ਨ ਲਵਾਂਗੇ ਅਸੀਂ ਉਦੋਂ ਇਹਨਾਂ ਦੀ ਗੱਲ ਵੀ ਕਰਾਂਗੇ। ਦਿਲਰਾਜ ਜੀ ਪਲੀਜ਼, ਦਿਲਰਾਜ ਜੀ ਏਦਾਂ ਨਹੀਂ ਹੈ। ਮੇਰੇ ਨਾਲ ਕਾਲਰ ਜੁੜ ਚੁੱਕੇ ਨੇ, ਸ਼ਬਦੀਪ ਜੀ ਕਾਫੀ ਦੇਰ ਤੋਂ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ, ਪਲੀਜ਼ ਉਹਨਾਂ ਨੂੰ ਟਾਈਮ ਦਿੱਤਾ ਜਾਵੇ। ਸ਼ਬਦੀਪ ਜੀ। ਨਹੀਂ, ਜੇ ਕਾਲਰ ਆ ਗਏ ਨੇ ਮੈਂ ਬਾਅਦ ਚ ਕਰ ਲਵਾਂਗਾ, ਨੋ ਪ੍ਰੋਬਲਮ ਜੀ। ਮੈਂ ਤੁਸੀਂ ਪਹਿਲਾਂ ਸ਼ਬਦੀਪ ਜੀ ਗੱਲ ਪੂਰੀ ਕਰੋ, ਮੈਂ ਉਸ ਤੋਂ ਬਾਅਦ ਕਾਲਰ ਲਾਂਗਾ ਜੀ। ਦੇਖੋ ਅਜੀਤ ਜੀ ਤੁਸੀਂ ਸਾਡੇ ਨਾਲੋਂ ਉਮਰ 'ਚ ਸਭ ਤੋਂ ਸਿਆਣੇ ਹੋ, ਇਸ ਕਰਕੇ ਮੈਂ ਤੁਹਾਡੇ ਤੇ ਕੋਈ ਵੀ ਟਿੱਪਣੀ ਕੀਤੇ ਬਿਨਾਂ ਆਪਣੀ ਗੱਲ ਕਰਾਂਗਾ। ਜੇ ਸੇਕ ਦੇਣਾ ਹੀ ਇੰਟਰਨੈਸ਼ਨਲ ਪੋਲਿਟਿਕਸ ਦਾ ਅਸਲ ਰਣਨੀਤੀ ਹੈ ਤਾਂ ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰਾਂਗਾ ਕਿ ਭਾਰਤ ਮੂਰਖਤਾ ਭਰਿਆ ਕਦਮ ਉਠਾ ਰਿਹਾ, ਕਿਉਂਕਿ ਅਸਲ ਦੇ ਵਿੱਚ ਸਾਡੀ ਨੀਤੀ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਕੌਮਾਂਤਰੀ ਮੰਚਾਂ ਦੇ ਉੱਤੇ ਸਬੂਤਾਂ ਸਹਿਤ ਡੋਜ਼ੀਅਰ ਪੇਸ਼ ਕਰਕੇ ਇਹ ਸਾਬਤ ਕਰਨ ਦਾ ਯਤਨ ਕਰੀਏ ਕਿ ਪਾਕਿਸਤਾਨ ਸੱਚਮੁੱਚ ਸਾਡੇ ਦੇਸ਼ ਦੇ ਖਿਲਾਫ ਜੰਮੂ ਕਸ਼ਮੀਰ ਦੇ ਹਵਾਲੇ ਦੇ ਨਾਲ ਸਾਜ਼ਿਸ਼ ਰਚਣ ਦੀ ਕੋਸ਼ਿਸ਼ ਕਰ ਰਿਹਾ। ਅਸੀਂ ਉਹਨੂੰ ਤੱਥਾਂ ਨਾਲ ਸਾਬਤ ਕਰੀਏ, ਦੁਨੀਆ ਉਹਨਾਂ ਤੱਥਾਂ ਨੂੰ ਸਵੀਕਾਰ ਕਰੇ। ਇਹ ਜ਼ਿਆਦਾ ਬਿਹਤਰ ਤਰੀਕਾ ਵਾ ਦੁਨੀਆ ਦੇ ਨੂੰ ਕਾਇਲ ਕਰਨ ਦਾ। ਸੇਕ ਦੇ ਕੇ ਦੁਨੀਆ ਦੇ ਲੋਕਾਂ ਨੂੰ ਦੋ ਧਿਰਾਂ ਦੇ ਵਿੱਚ ਵੰਡ ਦੇਣਾ, ਕੁਝ ਸਾਡੇ ਸੇਕ ਤੋਂ ਖੁਸ਼ ਹੋਣ, ਕੁਝ ਉਹਨਾਂ ਦੇ ਦਿੱਤੇ ਜਾ ਰਹੇ ਸੇਕ ਤੋਂ ਖੁਸ਼ ਹੋਣ, ਇਹ ਕੋਈ ਚੰਗੀ ਪੋਲਿਟਿਕਸ ਨਹੀਂ ਆ ਮੇਰੇ ਮੁਤਾਬਕ ਕੌਮਾਂਤਰੀ ਲੈਵਲ ਦੀ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਦੀਨਾਨਗਰ ਹੋਵੇ, ਪਠਾਨਕੋਟ ਹੋਵੇ ਜਾਂ ਫਿਰ ਉੜੀ ਹੋਵੇ, ਮੁੰਬਈ ਬਾਰੇ ਤੇ ਕੋਈ ਭੁਲੇਖਾ ਹੀ ਨਹੀਂ। ਇਹਨਾਂ ਥਾਵਾਂ ਦੇ ਉੱਤੇ ਅਟੈਕ ਕਰਨ ਵਾਲੇ ਕਿੰਨੇ ਟੈਰਰਿਸਟ ਪਾਕਿਸਤਾਨੀ ਸਨ, ਕਿੰਨੇ ਉਹਦੇ ਵਿੱਚ ਜੰਮੂ ਕਸ਼ਮੀਰ ਨਾਲ ਜੁੜੇ ਹੋਏ ਭਾਰਤੀ ਸਨ। ਇਹਦੇ ਤੇ ਬਹਿਸ ਕੀਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਮੇਰੇ ਮੁਤਾਬਕ। ਇਹਨੂੰ ਤੱਥਾਂ ਨਾਲ ਸਾਬਤ ਕੀਤੇ ਜਾਣ ਦੀ ਜ਼ਰੂਰਤ ਹੋ ਸਕਦੀ ਹੈ। ਪਰ ਇੱਕ ਗੱਲ ਬਹੁਤ ਹੀ ਕਲੀਅਰ ਆ ਕਿ ਪਾਕਿਸਤਾਨ ਭਾਰਤ ਦੇ ਖਿਲਾਫ ਸਾਜ਼ਿਸ਼ ਰਚ ਰਿਹਾ। ਮੈਂ ਜਦੋਂ ਪਾਕਿਸਤਾਨ ਨੂੰ ਸਾਜ਼ਿਸ਼ੀ ਮੁਲਕ ਕਹਿਣਾ, ਮੈਂ ਉਦੋਂ ਕਸ਼ਮੀਰ ਦੇ ਲੋਕਾਂ ਦੇ ਪੱਖ ਦੇ ਵਿੱਚ ਜਿਹੜੀ ਆਵਾਜ਼ ਉੱਠ ਰਹੀ ਆ ਉਹਨੂੰ ਰੱਦ ਨਹੀਂ ਕਰਨਾ ਚਾਹੁੰਦਾ। ਭਾਰਤੀ ਸੈਨਾ ਦੀਆਂ ਜ਼ਿਆਦਤੀਆਂ ਨੂੰ ਜਸਟੀਫਾਈ ਜਦੋਂ ਮੈਂ ਗੱਲ ਕਰਦਾ ਕਿ ਪਾਕਿਸਤਾਨ ਦੀ ਸਾਜ਼ਿਸ਼ ਰਚੀ ਜਾ ਰਹੀ ਆ, ਮੈਨੂੰ ਬੁਰਹਾਨ ਵਾਨੀ ਦੇ ਮਰਨ ਦੇ ਉੱਤੇ ਕੋਈ ਅਫਸੋਸ ਨਹੀਂ, ਪਰ ਜਿਹੜੇ ਲੋਕ ਉਹਦੇ ਹੱਕ ਦੇ ਵਿੱਚ ਨਾਅਰੇ ਲਾਉਂਦੇ ਹੋਏ ਮਾਰੇ ਗਏ ਨੇ, ਹੁਣ ਤੱਕ ਉਹਨਾਂ ਦੀ ਗਿਣਤੀ 50 ਤੱਕ ਪਹੁੰਚ ਗਈ ਹੈ। ਮੈਨੂੰ ਉਹਨਾਂ ਦਾ ਓਨਾ ਹੀ ਦਰਦ ਹੈ ਜਿੰਨਾ ਦਰਦ ਮੈਨੂੰ ਹੋਣਾ ਚਾਹੀਦਾ। ਜਿਹੜੇ ਬਲੂਚਿਸਤਾਨ ਦੇ ਵਿੱਚ ਲੋਕ ਰੋਜ਼ ਮਾਰੇ ਜਾ ਰਹੇ, ਦਿਲਰਾਜ ਜੀ ਪਲੀਜ਼, ਦਿਲਰਾਜ ਜੀ ਤੁਸੀਂ ਉਹਨਾਂ ਨੂੰ ਗੱਲ ਖਤਮ ਕਰਨ ਦਿਓ। ਮੈਂ ਕਾਲਰ ਮੈਂ ਵੇਟ ਤੇ ਲਗਾ ਪਾਏ ਹੋਏ ਨੇ ਜੀ। ਇਸ ਕਰਕੇ ਮੈਂ ਸਿਰਫ ਇੱਕੋ ਗੱਲ ਕਹਿਣੀ ਚਾਹੁੰਦਾ ਕਿ ਮੈਂ ਜੇ ਪੰਜਾਬ ਦੀ ਗੱਲ ਕਰਦਾ, ਮੈਂ ਖਾਲਿਸਤਾਨੀਆਂ ਨੂੰ ਦਹਿਸ਼ਤਗਰਦ ਸ਼ਬਦ ਵਰਤਦਾ, ਹਰ ਵਾਰ ਵਰਤਦਾ, ਪਰ ਮੈਂ ਇਹ ਕਦੇ ਨਹੀਂ ਕਿਹਾ ਕਿ ਖਾਲੜਾ ਵੀ ਦਹਿਸ਼ਤਗਰਦ ਸੀ ਜਿਹੜਾ ਪੁਲਿਸ ਦੀਆਂ ਜ਼ਿਆਦਤੀਆਂ ਨੂੰ ਉਭਾਰਨ ਦਾ ਯਤਨ ਕਰਦਾ ਸੀ। ਮੈਂ ਕਦੇ KPS ਨੂੰ ਗੁੱਚੜ ਤੋਂ ਉਰਾਂ ਕਦੇ ਤਸਲੀਮ ਨਹੀਂ ਕੀਤਾ, ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਦਹਿਸ਼ਤਗਰਦ ਹੋਣਗੇ ਅਸੀਂ ਉਹਨਾਂ ਨੂੰ ਸਵੀਕਾਰ ਕਰ ਲਵਾਂਗੇ। ਸਵਾਲ ਇਹ ਹੈ ਕਿ ਦਹਿਸ਼ਤਗਰਦੀ ਦੇ ਖਿਲਾਫ ਲੜਾਈ ਨੂੰ ਕਿਵੇਂ ਸਹੀ ਅਰਥਾਂ ਦੇ ਵਿੱਚ ਮੋੜ ਦਿੱਤਾ ਜਾਵੇ। ਜੇ ਸੇਕ ਦੇਣਾ ਹੀ ਦਹਿਸ਼ਤਗਰਦੀ ਦਾ ਇਲਾਜ ਹੈ ਤਾਂ ਫਿਰ ਮੈਨੂੰ ਕੋਈ ਇਤਰਾਜ਼ ਨਹੀਂ, ਮੈਨੂੰ ਮੂਰਖਤਾ ਕਹਿਣ ਦੇ ਉੱਤੇ, ਦਰਾਉਣ ਦੇ ਉੱਤੇ ਵੀ ਕੋਈ ਇਤਰਾਜ਼ ਨਹੀਂ। ਮੇਰੇ ਨਾਲ ਕਾਲਰ ਜੁੜ ਚੁੱਕੇ ਨੇ ਜੀ, ਮੈਂ ਉਹਨਾਂ ਨੂੰ ਕਾਲ ਵਿੱਚ ਲੈਣਾ ਚਾਹਾਂਗਾ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਸਰ? ਪਹਿਲਾਂ ਇੱਕ ਆਪਣੇ ਨਾ ਕਾਲਰ ਨੇ ਕੁਐਸਚਨ ਕਰਿਆ ਸੀ ਕਿ ਜਿਹੜੇ ਆਪਣੇ ਅੱਤਵਾਦੀ ਹੁੰਦੇ ਨੇ ਆਪਾਂ ਉਹਨਾਂ ਨੂੰ ਪਾਕਿਸਤਾਨੀ ਕਿਵੇਂ ਡਿਕਲੇਅਰ ਕਰ ਲੈਂਦੇ ਆ ਜੀ। ਅਜੀਤ ਸਿੰਘ ਜੀ ਨੇ ਇਹਦੇ ਜਵਾਬ ਦੇ ਵਿੱਚ ਕਿਹਾ ਸੀਗਾ ਕਿ ਜਿਹੜੀ ਆਪਣੀਆਂ ਖੁਫੀਆ ਏਜੰਸੀਆਂ ਨੇ ਉਹ ਉਹਨਾਂ ਨੂੰ ਅਥੈਂਟੀਕੇਟ ਕਰਦੀਆਂ ਨੇ ਕਿ ਉਹਨਾਂ ਨੂੰ ਫਾਈਂਡ ਆਊਟ ਕਰ ਲੈਂਦੇ ਨੇ ਬਹੁਤ ਛੇਤੀ, ਹੈ ਨਾ ਜੀ।
ਜਦੋਂ ਇੱਕ ਹਮਲਾ ਹੋਣ ਤੋਂ ਬਾਅਦ ਇੰਨੀ ਛੇਤੀ ਉਹ ਅੱਤਵਾਦੀ ਜਾਂ ਉਹ ਪਾਕਿਸਤਾਨੀ ਸੋਲਜਰ ਫੜੇ ਜਾਂਦੇ ਨੇ ਕਿ ਉਹ ਪਾਕਿਸਤਾਨੀ ਨੇ। ਜਿਹੜਾ ਐਸਵੀ ਸੁਲਵਿੰਦਰ ਸਿੰਘ ਸੀ, ਜਿਹਨੇ ਆਪਣੇ ਮੂੰਹ ਜ਼ਬਾਨੀ ਇਹ ਗੱਲ ਮੰਨੀ ਸੀ ਕਿ ਉਹਨੇ ਉਹ ਪਾਕਿਸਤਾਨੀ ਜਿਹੜੇ ਤਸਕਰ ਸੀਗੇ ਉਹ ਇੰਡੀਆ ਸਰਹੱਦ ਦੇ ਵਿੱਚ ਵਾੜੇ ਸੀ, ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸੁਲਵਿੰਦਰ ਸਿੰਘ ਨੂੰ ਕਿ ਉਹ ਅੱਤਵਾਦੀ ਨੇ। ਉਹਨਾਂ ਦੇ ਉੱਤੇ ਹਜੇ ਤੱਕ ਐਕਸ਼ਨ ਕਿਉਂ ਨਹੀਂ ਲਿਆ ਗਿਆ? ਤੇ ਜਿਹੜੇ ਉਹ ਅੱਤਵਾਦੀ ਸੀ ਉਹ ਮਾਰ ਵੀ ਦਿੱਤੇ ਗਏ ਨੇ, ਤੇ ਉਹਨਾਂ ਨੂੰ ਇਹ ਡਿਕਲੇਅਰ ਵੀ ਕਰ ਦਿੱਤਾ ਗਿਆ ਕਿ ਦੇਸ਼ ਵਿਰੋਧੀ ਨੇ। ਇਹਦੇ ਬਾਰੇ ਅਜੀਤ ਸਿੰਘ ਜੀ ਤੋਂ ਮੈਂ ਆਨਸਰ ਸੁਣਨਾ ਚਾਹੂੰਗਾ ਕਿ ਅਜੀਤ ਸਿੰਘ ਜੀ ਤੁਸੀਂ ਪਲੀਜ਼ ਇਹ ਦੱਸਿਓ ਕਿ ਬਿਲਕੁਲ ਜੀ ਮੈਂ ਦੇ ਰਿਹਾ ਕੁਲਵੰਤ ਸਿੰਘ ਜੀ। ਅਜੀਤ ਜੀ, ਦੇਖੋ ਇਹਦੇ ਦੋ ਪੱਖ ਹੁੰਦੇ ਨੇ। ਇੱਕ ਪੱਖ ਹੈ ਕਿ ਇਹ ਜਿਹੜਾ ਹਿੰਦੁਸਤਾਨ ਦੇ ਵਿੱਚ ਸਰਕਾਰੀ ਤੰਤਰ ਦਾ ਭ੍ਰਿਸ਼ਟਾਚਾਰ ਹੈ, ਸੁਲਵਿੰਦਰ ਸਿੰਘ ਦੇ ਨਾਲ ਕੌਣ ਜੁੜਿਆ ਹੋਇਆ ਸੀ, ਉਹਦੀਆਂ ਗੱਲਾਂ ਤੋਂ ਬੜਾ ਸਪਸ਼ਟ ਹੁੰਦਾ ਸੀ ਕਿ ਉਹ ਪਹਿਲਾਂ ਵੀ ਇਸ ਤਸਕਰੀ ਦੇ ਮਾਮਲੇ ਦੇ ਵਿੱਚ ਤਸਕਰਾਂ ਨਾਲ ਜੁੜੇ ਹੋਣਗੇ, ਔਰ ਉਹ ਕਾਰਨ ਕਰਕੇ ਹੋਰ ਵੀ ਲੋਕ ਜੁੜੇ ਹੋਣਗੇ। ਪਰਦਾ ਪਾਉਣ ਦੀ ਜਿਹੜੀ ਗੱਲ ਹੈ ਭ੍ਰਿਸ਼ਟਾਚਾਰ ਤੰਤਰ ਦੇ ਵਿੱਚ, ਇੱਕ ਕਾਰਨ ਉਹ ਜਿਹੜਾ ਡੋਮੈਸਟਿਕ ਹੈ। ਅਜੀਤ ਜੀ ਛੋਟਾ ਰੱਖਿਓ ਜੀ, ਕਿਉਂਕਿ ਮੇਰੇ ਕੋਲ ਬਹੁਤ ਪੁਆਇੰਟ ਸੀਗੇ, ਅੱਜ ਡਿਬੇਟ ਦੇ ਵਿੱਚ ਪੂਰੇ ਨਹੀਂ ਕਰ ਪਾਇਆ ਮੈਂ ਇੱਕ ਲੱਖ ਦੂਜਾ ਪੱਖ ਦੱਸਦਾ ਹਾਂ। ਦੂਜਾ ਪੱਖ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਦੂਜੇ ਮੁਲਕ ਦੇ ਨਾਲ ਕਰਦੇ ਹੋ, ਡੀਲ ਕਰ ਰਹੇ ਹੁੰਦੇ ਹੋ, ਤਾਂ ਉੱਥੇ ਤੁਹਾਨੂੰ ਆਪਣੇ ਇੱਕ ਮੁਲਕ ਦੇ, ਕਿਉਂਕਿ ਸੁਲਵਿੰਦਰ ਸਿੰਘ ਭਾਵੇਂ ਮਾੜਾ ਸੀ ਚੰਗਾ ਸੀ, ਹੈ ਤੇ ਹਿੰਦੁਸਤਾਨੀ, ਤਾਂ ਉੱਥੇ ਹਿੰਦੁਸਤਾਨ ਦੇ ਪੱਖ ਕਮਜ਼ੋਰ ਨਾ ਹੋਵੇ। ਜ਼ਰੂਰ ਇਹ ਜਿਹੜੀ ਡਿਪਲੋਮੇਸੀ ਹੈ ਇਹਦੇ ਵਿੱਚ ਕਈ ਗੱਲਾਂ ਕਿ ਉਹਨਾਂ ਨੂੰ ਪਰਦਾ ਪਾਉਣਾ ਪੈਂਦਾ, ਇਹ ਇੱਕ ਡਿਪਲੋਮੇਸੀ ਦਾ ਹਿੱਸਾ ਜੀ। ਜੀ ਮੈਂ ਥੋੜੀ ਜਿਹੀ ਗੱਲ ਜਿਹੜੀ ਹੈਗੀ ਵੱਖਰੀ ਕਰਨਾ ਚਾਹਾਂਗਾ, ਔਰ ਮੈਂ ਮਾਨ ਸਿੰਘ ਜੀ ਨੂੰ ਨਾਲ ਲੈਣਾ ਚਾਹਾਂਗਾ ਇਸ ਗੱਲਬਾਤ ਤੇ। ਦੋ ਗੱਲਾਂ ਹੈਗੀਆਂ ਨੇ, ਜੇ ਆਪਾਂ ਦਵਾ ਖਤਮ ਕਰੀਏ, ਮੇਰੇ ਕੋਲ ਸਿਰਫ 5 ਮਿੰਟ ਬਚੇ ਨੇ ਜੀ ਸ਼ੋਅ ਵਾਸਤੇ। ਮਾਨ ਸਿੰਘ ਜੀ, ਮੋਦੀ ਜੀ ਨੇ ਮਨਾ ਕਰ ਦਿੱਤਾ ਸਾਰਕ ਸਮਿਟ ਦੇ ਵਿੱਚ ਜਾਣ ਤੋਂ ਪਾਕਿਸਤਾਨ, ਤੇ ਦੂਸਰਾ ਉਹਨਾਂ ਨੇ ਇੰਡੀਅਨ ਆਰਮੀ ਦੇ 3 ਮੁਖੀਆਂ ਤੇ ਜਿਹੜੇ ਸਾਡੇ ਚੀਫ ਸਿਕਿਉਰਿਟੀ ਐਡਵਾਈਜ਼ਰ ਹੈਗੇ ਆ ਅਜੀਤ ਡੋਵਲ ਜੀ, ਉਹਨਾਂ ਦੇ ਨਾਲ ਜਿਹੜਾ ਵਾਰ ਰੂਮ ਦੇ ਵਿੱਚ ਇੱਕ ਮੀਟਿੰਗ ਕੀਤੀ ਹੈ, ਜਿਹਦੇ ਵਿੱਚ ਸ਼ਾਇਦ ਇਹ ਦੱਸਿਆ ਜਾ ਰਿਹਾ ਕਿ ਮੋਦੀ ਜੀ ਨੇ ਆਰਮੀ ਦੇ ਮੁਖੀਆਂ ਤੋਂ 3 ਮੁਖੀਆਂ ਤੋਂ ਇਹ ਪੁੱਛਿਆ ਕਿ ਅਗਰ ਜੰਗ ਦੀ ਸਥਿਤੀ ਲਈ ਉਹਨਾਂ ਦੀ ਕਿਸ ਤਰ੍ਹਾਂ ਦੀ ਪਲੈਨਿੰਗ ਹੋ ਸਕਦੀ ਆ। ਮਾਨ ਸਿੰਘ ਜੀ, ਕੀ ਇਹ ਜਿਹੜੇ ਸਟੈਪ ਇਸ ਵੇਲੇ ਮੋਦੀ ਸਾਹਿਬ ਵੱਲੋਂ ਲਏ ਜਾ ਰਹੇ ਨੇ ਕਿ ਉਹ ਸਮਿਟ ਦੇ ਵਿੱਚ ਨਹੀਂ ਜਾਣਗੇ? ਬੰਗਲਾਦੇਸ਼, ਅਫਗਾਨਿਸਤਾਨ ਪਹਿਲਾਂ ਮਨਾ ਕਰ ਚੁੱਕੇ ਸੀ, ਮੋਦੀ ਸਾਹਿਬ ਨੇ ਮਨਾ ਕਰ ਦਿੱਤਾ ਕਿਉਂਕਿ ਉਹ ਪਾਕਿਸਤਾਨ ਦੇ ਵਿੱਚ ਹੋ ਰਹੀ ਹੈ, ਨਵੰਬਰ ਮਹੀਨੇ ਦੇ ਵਿੱਚ ਹੋ ਰਹੀ ਹੈ। ਔਰ ਪਰ ਜਿਹੜਾ ਵਾਰ ਰੂਮ ਦੇ ਵਿੱਚ ਆਰਮੀ ਦੇ ਨਾਲ ਫੌਰੀ ਤੌਰ ਤੇ ਮੀਟਿੰਗ ਕੀਤੀ ਗਈ ਆ ਪਾਕਿਸਤਾਨ ਤੋਂ, ਇਸ ਗੱਲ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਕਿਹਾ ਕਿ ਜਿਹੜਾ ਬਦਲਾ ਵੀ ਲਿਆ ਜਾਊਗਾ, ਸਜ਼ਾ ਦਿੱਤੀ ਜਾਊਗੀ ਜਿਹੜਾ ਲੋਕਾਂ ਦਾ ਇਹ ਕਸੂਰ ਹੈਗਾ। ਤੁਹਾਡਾ ਕੀ ਕਹਿਣਾ ਮਾਨ ਸਿੰਘ जी? मेरा ये कहना है कि जिस मुल्क के ऊपर बार बार आतंकवादी हमले कर रहे हों, उनसे निपटने के लिए देश का प्रधानमंत्री अपने आर्मी चीफ के साथ मीटिंग करे, इसमें क्या बुरी बात है? ये तो हमें अप्रिशिएट करना चाहिए कि बंदा इमीडिएट एक्शन ले रहा है। नंबर 2 बात यह है कि उन्होंने जो है बदला लेने की बात नहीं कही। उन्होंने कहा है कि जो भी इसके दोषी हैं उनको बख्शा नहीं जाएगा, और इसके बाद हमारे आर्मी रिप्रेजेंटेटिव ने ये कहा है कि हम जो है उसका समय और स्थान और स्टाइल हम तय करेंगे। इसलिए उन्होंने ये नहीं कहा कि भाई हम लोग जो है वहां पे वॉर करने जा रहे हैं या हम बदला लेने जा रहे हैं। ये स्टेटमेंट जो है मोदी के स्टेटमेंट का पार्ट नहीं है, ये शायद जनता की ओपिनियन है या बाकी लोगों ने ओपिनियन दिए हैं। बाकी जो सिद्दीकी जी ने दो बात बोली थी, मैं उनको और थोड़ा क्लैरिफाई करता, टाइम बहुत कम है। एक तो मेरी ये रिक्वेस्ट है कि हर छोटी मोटी बात के लिए आजकल ये फैशन हो गया कि लोग RSS को घसीट देते हैं, चाहे उसका वहां पर कोई लेना देना हो या नहीं हो। लिहाजा हमें मतलब जो है एक ओपिनियनेटेड बात ना कह के फैक्शन फिगर्स के बेस पे बात नहीं करनी चाहिए, और इस तरह के इल्जाम लगाने किसी के ऊपर बिना बेस के जो है वो ठीक बात नहीं है। जहां तक आर्टिकल 370 की बात है, जिस दिन गवर्नमेंट ऑफ इंडिया एक्ट, जो इंडिपेंडेंस एक्ट आया 1947 में, उस एक्ट के अंतर्गत जम्मू कश्मीर का विलय भारत के अंदर हुआ है और कॉन्स्टिट्यूशन उसके बाद बना है। लिहाजा जो है एक बार भारत के साथ मर्जर होने के बाद हिंदुस्तान अपने कौन से स्टेट को कितनी फैसिलिटी देता है, ये हमारा एक इंटरनल मसला हो गया। इसलिए ये कहना कि आर्टिकल 370 की वजह से भारत का वो अटूट अंग नहीं है, ये प्योरली गलत बात है। भारत का अटूट अंग उसी दिन बन गया था, वो इंडियन इंडिपेंडेंस एक्ट के अंतर्गत, जिस दिन जो है महाराजा हरि सिंह ने विलय पत्र पे दस्तखत कर दिए थे। ये इतनी बात मैं आप सभी लोगों से कहना चाहता हूँ कि हमें उस फैक्ट एंड फिगर के बेस पे अपनी ओपिनियन देनी चाहिए, ना कि किसी सुनी सुनाई बात के ऊपर। मान सिंह जी, थैंक यू जी।
ਗੱਲਾਂ ਤੇ ਬਹੁਤ ਸੀਗੀਆਂ ਜਿਹੜੀਆਂ ਕੀਤੀਆਂ ਜਾ ਸਕਦੀਆਂ। ਮੈਂ ਚਾਹੁੰਦਾ ਸੀਗਾ ਕਿ ਇਹ ਡਿਬੇਟ ਜਿਹੜੀ ਹੈਗੀ ਆ ਕਸ਼ਮੀਰ ਦਾ ਮੁੱਦਾ ਕੀ ਆ ਉਹਦੇ ਵੱਲ ਨੂੰ ਨਾ ਜਾਵੇ, 370 ਧਾਰਾ ਵੱਲ ਨੂੰ ਨਾ ਜਾਵੇ, ਪਰ ਅਸੀਂ ਜਦੋਂ ਵੀ ਜੰਮੂ ਕਸ਼ਮੀਰ ਦੇ ਮੁੱਦੇ ਦੀ ਗੱਲ ਕਰਨ ਲੱਗਦੇ ਹਾਂ ਇਹੀ 2-3 ਸਵਾਲਾਂ ਦੇ ਵਿੱਚ ਜਿਹੜੀ ਹੈਗੀ ਆ ਸਾਡੀ ਵਿਚਾਰ ਚਰਚਾ ਉਲਝ ਕੇ ਰਹਿ ਜਾਂਦੀ ਹੈ। ਸਾਡੇ ਪੈਨਲਿਸਟ ਵੀ ਜਿਹੜੀ ਇੱਥੇ ਹੀ, ਕਿਉਂਕਿ ਇਹਨਾਂ ਦੇ ਵਿਚਾਰਾਂ ਦੇ ਵਿੱਚ ਕਿਤੇ ਨਾ ਕਿਤੇ ਟਕਰਾਓ ਆ, ਇੱਥੇ ਸਾਡਾ ਜਿਹੜਾ ਸਮਾਂ ਜਿਹੜਾ ਹੈਗਾ ਹਮੇਸ਼ਾ ਖਤਮ ਹੋ ਜਾਂਦਾ। ਪਰ ਇੱਕ ਚੀਜ਼ ਜਿਹੜੀ ਆ ਅਜੀਤ ਜੀ ਨੇ ਵੀ ਕਹੀ ਸੀ ਕਿ ਜਿਹੜਾ ਗਰਮ ਖਿਆਲੀ ਦੇ ਨਾਲ ਜਵਾਬ ਦੇਣਾ ਚਾਹੀਦਾ। ਮੈਂ ਇੱਕ ਗੱਲ ਜਾਂਦੇ ਜਾਂਦੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਆਪਣੇ ਦਰਸ਼ਕਾਂ ਦੇ ਸਾਹਮਣੇ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਸ ਇਨਸਾਨ ਦੀ ਪਾਲਿਸੀ ਜਿਹੜੀ ਹੈ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦਾ ਨਾਮ ਹੈ ਜੀ ਅਜੀਤ ਡੋਵਲ, ਜੋ ਕਿ ਇਸ ਵੇਲੇ ਚੀਫ ਸਿਕਿਉਰਿਟੀ ਐਡਵਾਈਜ਼ਰ ਆ ਭਾਰਤ ਦਾ, ਮੋਦੀ ਸਾਹਿਬ ਦੇ ਬਹੁਤ ਨੇੜੇ ਆ। ਉਹਨਾਂ ਦੀ ਕੀ ਪਾਲਿਸੀ ਪੰਜਾਬ ਦੇ ਵਿੱਚ KPS ਗਿੱਲ ਦੇ ਨਾਲ ਰਲ ਕੇ ਰਹੀ ਸੀ, ਇਹ ਕਿਸੇ ਤੋਂ ਲੁਕਿਆ ਨਹੀਂ ਹੋਇਆ। ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਸੀ ਬਰਬਾਦ ਕੀਤਾ ਗਿਆ ਸੀਗਾ, ਉਹਦੇ ਵਿੱਚ ਸਭ ਤੋਂ ਵੱਡਾ ਇੱਕ ਨੁਕਤਾ ਸੀਗਾ ਕਿ ਜਿਹੜੇ ਲੋਕ ਇਹਨਾਂ ਐਕਟੀਵਿਟੀਜ਼ ਵਿੱਚ ਇਨਵੋਲਵ ਹੈਗੇ ਨੇ ਉਹਨਾਂ ਦਿਆਂ ਪਰਿਵਾਰਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਾਰਗੇਟ ਕੀਤਾ ਜਾਵੇ ਤਾਂ ਕਿ ਡਾਇਰੈਕਟ ਉਹਨਾਂ ਲੋਕਾਂ ਨੂੰ ਤਕਲੀਫ ਹੋਵੇ। ਇਹ ਪੰਜਾਬ ਦੇ ਵਿੱਚ ਅਜਮਾਇਆ ਹੋਇਆ ਤਰੀਕਾ ਹੈ, ਜੋ ਕਿ ਹੁਣ ਖਬਰ ਇਹ ਆ ਰਹੀ ਹੈ ਕਿ ਅਜੀਤ ਡੋਵਲ ਜੀ ਜੰਮੂ ਕਸ਼ਮੀਰ ਦੇ ਵਿੱਚ ਵੀ ਅਜਮਾਉਣਾ ਚਾਹੁੰਦੇ ਨੇ। ਇਸ ਕਰਕੇ ਜਿਹੜਾ ਹੈ ਉਹ ਜਿਹੜਾ BJP ਹੈ ਹਮੇਸ਼ਾ ਗਰਮ ਖਿਆਲੀ ਨਾਲ ਜਵਾਬ ਦੇਣ ਦੀ ਗੱਲ ਕਰਦੀ ਆ। ਪਰ ਜੋ ਵੀ ਹੈ ਕੋਈ ਵੀ ਮਰ ਰਿਹਾ, ਬੇਸ਼ੱਕ ਜੰਮੂ ਕਸ਼ਮੀਰੀ ਲੋਕ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਹ ਮਰ ਰਹੇ ਨੇ, ਬੇਸ਼ੱਕ ਆਰਮੀ ਦੇ ਜਵਾਨ ਉੱਥੇ ਮਰ ਰਹੇ ਨੇ, ਦੋਨੋਂ ਹੀ ਨਿੰਦਣਯੋਗ ਨੇ। ਸਿਆਸਤ ਤੋਂ ਉੱਪਰ ਉੱਠ ਕੇ ਜੰਮੂ ਕਸ਼ਮੀਰ ਦੇ ਲੋਕਾਂ ਦੀ ਭਾਵਨਾ ਸਮਝ ਕੇ ਮੇਰਾ ਖਿਆਲ ਹੈ ਗੱਲ ਕਰਨ ਦੀ ਲੋੜ ਹੈਗੀ। ਮੈਂ ਸਾਰੇ ਪੈਨਲਿਸਟ ਤੋਂ ਮਾਫੀ ਚਾਹਾਂਗਾ ਕਿ ਮੇਰੇ ਕੋਲ ਸਮਾਂ ਨਹੀਂ ਹੈ ਕਿ ਆਪਾਂ ਹੋਰ ਜਿਹੜੇ ਇਹਦੇ ਵਿੱਚ ਕਾਫੀ ਵਿਚਾਰ ਉੱਠ ਕੇ ਸਾਹਮਣੇ ਆਏ ਸੀ ਉਹਨਾਂ ਦੇ ਉੱਪਰ ਵਿਚਾਰ ਚਰਚਾ ਕਰ ਸਕੀਏ। ਬਹੁਤ ਸਾਰੇ ਮੇਰੇ ਪੈਨਲਿਸਟ ਵੀਰ ਐਸੇ ਹੋਣਗੇ ਜਿਨ੍ਹਾਂ ਦੀਆਂ ਗੱਲਾਂ ਅਧੂਰੀਆਂ ਰਹਿ ਗਈਆਂ, ਉਹ ਪੂਰੀ ਕਰਨੀ ਚਾਹੁੰਦੇ ਹੋਣਗੇ, ਮੈਂ ਉਹਨਾਂ ਕੋਲੋਂ ਵੀ ਮਾਫੀ ਚਾਹਾਂਗਾ। ਨੈਕਸਟ ਟਾਈਮ ਜਦੋਂ ਵੀ ਅਸੀਂ ਇਸ ਟੌਪਿਕ ਤੇ ਗੱਲ ਕਰਾਂਗੇ ਮੈਂ ਉਹਨਾਂ ਨੂੰ ਪੂਰਾ ਮੌਕਾ ਦਿਆਂਗਾ। ਤੇ ਮੇਰੇ ਨਾਲ ਜੁੜੇ ਮੇਰੇ ਕਾਲਰਸ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਹੈਗੇ ਸਾਡੇ ਭਖਤ ਦੀਆਂ ਖਬਰਾਂ ਦੇ ਵਿੱਚ ਰੱਖੇ। ਇਸ ਦੇ ਨਾਲ ਹੀ ਮੈਂ ਭਖਤ ਦੀਆਂ ਖਬਰਾਂ ਦਾ ਇਹ ਸੈਗਮੈਂਟ ਜਿਹੜਾ ਸਮਾਪਤ ਕਰਨ ਦੀ ਇਜਾਜ਼ਤ ਚਾਹਾਂਗਾ ਜੀ। ਮੈਂ ਸਾਰੇ ਪੈਨਲਿਸਟ ਦਾ ਬਹੁਤ ਧੰਨਵਾਦੀ ਹਾਂ ਤੇ ਦੇਖ ਰਹੇ ਦਰਸ਼ਕਾਂ ਦਾ ਵੀ ਬਹੁਤ ਧੰਨਵਾਦੀ ਹਾਂ ਜੀ। ਸਤਿ ਸ਼੍ਰੀ ਅਕਾਲ। बहुत बहुत धन्यवाद।